ਇਹਨੇ ਕਿਸਾਨ ਮੋਰਚੇ ਵੇਲੇ ਇਦਾਂ ਕਿਹਾ ਸੀਗਾ ਇਹ ਤਾਂ ਐਂਟੀ ਨੈਸ਼ਨਲ ਆ, ਇਹ ਐਂਟੀ ਇੰਡੀਆ ਆ, ਇਹਦਾ ਵੀਜ਼ਾ ਰੱਦ ਕਰ ਦੇਣਾ ਚਾਹੀਦਾ ਆ। ਤੁਸੀਂ ਹੋਰਨਾਂ ਦੇ ਮਨੁੱਖੀ ਅਧਿਕਾਰਾਂ ਲਈ ਨਾ ਖੜੇ ਹੋਵੋਗੇ, ਜਦੋਂ ਤੁਹਾਡੀ ਵਾਰੀ ਆਊਗੀ ਜਾਂ ਮੇਰੀ ਵਾਰੀ ਆਊਗੀ ਕਿਸੇ ਨੇ ਨਹੀਂ ਖੜਨਾ। ਕੀ ਹਵਾਲਾ ਦਿੱਤਾ ਜਾਂਦਾ ਹੈ, ਤੁਹਾਨੂੰ ਕਿਉਂ ਰੋਕਿਆ ਗਿਆ? ਉਹ ਕਹਿੰਦੇ ਇੱਥੇ ਦੇਖੋ ਪਰੇਸ਼ਾਨੀ ਇਹ ਆ, ਤੁਹਾਡਾ ਇੱਥੇ ਆ ਰਿਹਾ ਵੀ OCI ਸਸਪੈਂਡਡ ਆ। ਮੈਂ ਤਾਂ ਇੱਥੇ ਜਿਹੜਾ ਸਾਡਾ UK ਦੇ ਜਿਹੜੀ ਸਰਕਾਰ ਆ ਉਹਨਾਂ ਨੂੰ ਆੜੇ ਹੱਥੇ ਲੈਣ ਤੋਂ 2 ਮਿੰਟ ਨਹੀਂ ਸੋਚੀਦਾ ਵੀ ਇਹ ਤੁਸੀਂ ਗਲਤ ਕੰਮ ਕਰ ਰਹੇ ਆ। 2 ਰੁਪਈਆਂ ਦੀ ਜਿਹੜੀ ਟਵਿੱਟਰ ਟ੍ਰੋਲ ਫੈਕਟਰੀ ਤੇ ਲੋਕਾਂ ਨੇ ਕਈਆਂ ਨੇ ਚਾਲੂ ਕੀਤੀ ਪਈ ਆ, ਮੈਂ ਕਿਹਾ ਇਹ ਵੀ ਬੇਨਕਾਬ ਇੱਥੇ ਹੋ ਰਹੀ ਆ। ਕਿ ਸਿੱਖ ਖਾਸ ਕਰਕੇ ਪੰਜਾਬੀ ਕਿ ਪੰਜਾਬ ਉਹਨਾਂ ਦੀਆਂ ਇਹਨਾਂ ਨਿਸ਼ਾਨੀਆਂ ਨੂੰ ਲਿਆ ਸਕਦੇ ਨੇ, ਉਹ ਚੀਜ਼ਾਂ ਗਵਾਚ ਨਾ ਜਾਣ, ਇਹ ਜ਼ਰੂਰੀ ਆ। ਰਾਜਯੋਗ ਤਖਤ ਦੀਨ ਗੁਰੂ ਰਾਮਦਾਸ। ਆਮ ਤੌਰ ਤੇ ਆਖਿਆ ਜਾਂਦਾ ਹੈ ਕਿ ਮਾਰਸ਼ਲ ਕੌਮਾਂ ਦੇ ਵਿੱਚ ਰਾਜ ਕਰਨ ਦੀ ਇੱਛਾ ਸ਼ਕਤੀ ਹੁੰਦੀ ਹੈ। ਪੰਜਾਬੀ ਭਾਵੇਂ ਕਿਤੇ ਵੀ ਚਲੇ ਜਾਣ ਪਰ ਉਹਨਾਂ ਦੇ ਵਿੱਚੋਂ ਰਾਜ ਕਰਨ ਦੀ ਇੱਛਾ ਸ਼ਕਤੀ ਕਦੇ ਖਤਮ ਨਹੀਂ ਹੁੰਦੀ। ਪੰਜਾਬੀ ਦੇਸ਼ ਵਿਦੇਸ਼ ਦੇ ਵਿੱਚ ਵਸੇ ਹੋਏ ਨੇ ਤੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਵੀ ਪੰਜਾਬੀ ਵੱਖ-ਵੱਖ ਦੇਸ਼ਾਂ ਦੇ ਵਿੱਚ ਮੰਤਰੀ ਵੀ ਨੇ ਤੇ MP ਵੀ ਨੇ। ਅੱਜ ਸਾਡੇ ਨਾਲ UK ਦੇ ਬ੍ਰਿਟਨ ਤੋਂ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਸਾਡੇ ਨਾਲ ਨੇ। ਬੀਤੇ ਦਿਨਾਂ ਦੇ ਵਿੱਚ ਕੀ ਕੁਝ ਹੋਇਆ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ 에ਅਰਪੋਰਟ ਤੇ ਰੋਕਿਆ ਗਿਆ, ਉਹ ਸਾਰਾ ਕੁਝ ਤੁਸੀਂ ਜਾਣਦੇ ਹੋ, ਸਾਰੇ ਕੁਝ ਤੋਂ ਤੁਸੀਂ ਵਾਕਿਫ ਹੋ। ਇਸ ਬਾਬਤ ਗੱਲਾਂ ਬਾਤਾਂ ਕਰਾਂਗੇ। ਸਾਡੇ ਨਾਲ ਤਨਮਨਜੀਤ ਸਿੰਘ ਢੇਸੀ ਹੋਰੀ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਰਸਿਮਰਨ ਕੌਰ ਜੀ, ਤੁਹਾਡੇ ਨਾਲ ਪ੍ਰਾਈਮ ਏਸ਼ੀਆ TV ਦੇ ਦਰਸ਼ਕਾਂ ਦੇ ਨਾਲ ਤੁਸੀਂ ਰੂਬਰੂ ਹੋਣ ਦਾ ਮੌਕਾ ਦਿੱਤਾ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਰ, ਜਿਸ ਤਰੀਕੇ ਦੇ ਨਾਲ ਤੁਹਾਨੂੰ 에ਅਰਪੋਰਟ ਤੇ ਰੋਕਿਆ ਜਾਂਦਾ, ਉਹ ਪੂਰੀ ਘਟਨਾ ਕੀ ਹੁੰਦੀ ਹੈ ਤੇ ਰੋਕਣ ਪਿੱਛੇ ਤੁਹਾਨੂੰ ਕੀ ਹਵਾਲਾ ਦਿੱਤਾ ਜਾਂਦਾ ਹੈ, ਤੁਹਾਨੂੰ ਕਿਉਂ ਰੋਕਿਆ ਗਿਆ? ਇਹ ਦੇਖੋ, ਮੈਂ ਤਾਂ ਛੋਟੇ ਹੁੰਦੇ ਤੋਂ ਇੱਥੇ ਇੰਡੀਆ ਬਾਰ-ਬਾਰ ਅਸੀਂ ਆਈਦਾ ਆ। ਮੇਰਾ ਜਨਮ ਭਾਵੇਂ ਉਧਰ ਸਲਾਹੋ ਇਲਾਕੇ ਜਿਹੜਾ UK ਦਾ ਸ਼ਹਿਰ ਜਿਸ ਦੀ ਮੈਂ ਹੁਣ ਨੁਮਾਇੰਦਗੀ ਕਰ ਰਿਹਾ, ਮੇਰਾ ਜਨਮ ਉੱਥੇ ਦਾ ਆ। ਪਰ ਮੈਂ ਜਦੋਂ 4 ਸਾਲਾਂ ਦਾ ਸੀਗਾ, ਮਾਂ ਬਾਪ ਦੀ ਇੱਛਾ ਸੀ ਇੱਥੇ ਵੀ ਮੈਂ ਆ ਕੇ ਪੜ੍ਹਿਆ 4 ਸਾਲ, ਫਿਰ ਮੈਂ ਵਾਪਸ ਉੱਧਰ ਗਿਆ। ਉਸ ਤੋਂ ਬਾਅਦ ਵੀ ਸਾਡਾ ਜਿਹੜਾ ਇਹ ਦਿਲੀ ਤਾਂਘ ਜਿਹੜੀ ਹੁੰਦੀ ਹੈ ਕਿ ਉਹ ਕਈ ਜਿਹੜੀਆਂ ਅਨਮੋਲ ਯਾਦਾਂ ਇੱਥੇ ਦੀਆਂ ਆ, ਪੰਜਾਬੀ ਮਿੱਟੀ ਦੇ ਨਾਲ ਜਿਹੜੀ ਉਹ ਖਿੱਚ ਆ, ਉਹਦੇ ਕਰਕੇ ਇੱਥੇ ਬਾਰ-ਬਾਰ ਇੱਥੇ ਆਈਦਾ ਆ। ਇਹ ਤਾਂ ਇਸ ਹੱਦ ਤੱਕ ਆ ਕਿ ਜਿਹੜੇ ਬੱਚਿਆਂ ਨੂੰ ਵੀ 2-4 ਸਾਲ ਇੱਥੇ ਪੜ੍ਹਨ ਭੇਜਿਆ ਜਿੱਦਾਂ ਮੈਂ ਸੀਗਾ, ਉਹ ਸੋ ਹਰ ਸਾਲ ਜਿਹੜਾ ਇਹ ਸਿਲਸਿਲਾ ਇੱਦਾਂ ਹੀ ਜਾਰੀ ਰਹਿੰਦਾ ਆ। ਪਰ ਇਸ ਦਫਾ ਜਦੋਂ ਮੈਂ ਲੰਡਨ ਤੋਂ ਉੱਥੋਂ ਉਡਾਨ ਜਿਹੜੀ 에ਅਰ ਇੰਡੀਆ ਦੀ ਉਡਾਨ ਸੀਗੀ ਸਿੱਧੀ ਇੱਥੇ ਅੰਮ੍ਰਿਤਸਰ ਹਵਾਈ ਅੱਡੇ ਤੱਕ ਉਹ ਆਏ, ਉੱਥੇ ਉਹਨਾਂ ਨੇ ਪਾਸਪੋਰਟ, ਵੀਜ਼ਾ ਤੇ ਟਿਕਟ ਚੈੱਕ ਕੀਤੀ। ਇੱਥੇ ਵੀ ਮੈਂ ਆਇਆ, ਇੱਥੇ ਮੈਂ ਆਪਣਾ ਪਾਸਪੋਰਟ ਪੇਸ਼ ਕੀਤਾ ਉੱਥੇ ਇਮੀਗ੍ਰੇਸ਼ਨ ਆਫਿਸਰ ਨੂੰ। ਉਹਨਾਂ ਨੇ ਉਹ ਦੇਖਿਆ, ਉਹ ਕਹਿੰਦੇ ਤੁਹਾਡਾ OCI ਜਾਂ ਵੀਜ਼ਾ, ਉਹ ਵੀ ਮੈਂ ਦਿਖਾਇਆ ਉਹਨਾਂ ਨੂੰ। ਉਹਨਾਂ ਨੇ ਚੈੱਕ ਕੀਤਾ, ਉਹ ਜਦੋਂ ਸਕੈਨ ਕੀਤਾ ਤਾਂ ਉਹ ਕਹਿੰਦੇ ਇੱਥੇ ਕੋਈ ਨਾ ਕੋਈ ਦਿੱਕਤ ਹੈ, ਤੁਸੀਂ ਇੱਦਾਂ ਕਰੋ, ਤੁਸੀਂ 10 ਮਿੰਟ ਇੱਥੇ ਇੱਕ ਪਾਸੇ ਬੈਠ ਜਾਓ। ਮੈਂ ਕਿਹਾ ਠੀਕ ਹੈ ਜੀ, ਅਸੀਂ ਬੈਠ ਜਾਂਦੇ ਹਾਂ। 10-15 ਮਿੰਟਾਂ ਬਾਅਦ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਬਾਕੀ ਮੁਸਾਫਰ ਜਾਈ ਜਾਂਦੇ ਆ ਵੀ ਤੁਸੀਂ ਕਿਉਂ ਮੈਨੂੰ ਬਿਠਾਇਆ ਇੱਥੇ, ਕੀ ਗੱਲਬਾਤ ਹੈਗੀ ਆ? ਉਹ ਕਹਿੰਦੇ ਇੱਥੇ ਦੇਖੋ ਪਰੇਸ਼ਾਨੀ ਇਹ ਆ, ਤੁਹਾਡਾ ਇੱਥੇ ਆ ਰਿਹਾ ਵੀ OCI ਸਸਪੈਂਡਡ ਆ। ਮੈਂ ਕਿਹਾ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਗੀ, ਵੀ ਇੱਦਾਂ ਦੀ ਕੋਈ ਗੱਲ ਹੋਣੀ ਨਹੀਂ ਚਾਹੀਦੀ, ਤੁਸੀਂ ਦੱਸੋ ਮੈਨੂੰ ਕੀ ਹੈਗਾ। ਫਿਰ ਉਹਨਾਂ ਨੇ ਪੁੱਛਤਾਛ ਆਪਣੀ ਕੀਤੀ, ਤੁਸੀਂ ਪਿਛਲੀ ਦਫਾ ਇੱਥੇ ਕਦੋਂ ਆਏ ਸੀ? ਮੈਂ ਕਿਹਾ ਪਿਛਲੇ ਸਾਲ ਵੀ ਮੈਂ ਇੱਥੇ ਆਇਆ ਸੀ, ਅਪ੍ਰੈਲ 'ਚ ਆਇਆ ਸੀ, ਹਰ ਸਾਲ ਇੱਥੇ ਆਈਦਾ ਆ। ਫਿਰ ਉਹਨਾਂ ਨੇ ਇਹ ਗੱਲ ਆਖੀ ਕਿ ਤੁਸੀਂ ਅੱਛਾ ਉੱਥੇ ਮੈਂਬਰ ਆਫ ਪਾਰਲੀਮੈਂਟ ਹੋ, ਕਿੰਨਾ ਕੁ ਸਮਾਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਉੱਥੇ ਰਹਿ ਚੁੱਕੇ ਹੋ? ਤੇ ਮੈਂ ਕਿਹਾ ਵੀ ਹੁਣ ਤਾਂ 6 ਸਾਲ ਤੋਂ ਵੱਧ ਸਮਾਂ ਹੋ ਗਿਆ ਆ। ਹੁਣ ਸ਼ੈਡੋ ਟਰਾਂਸਪੋਰਟ ਮੰਤਰੀ ਵਜੋਂ ਵੀ ਮੈਂ ਸੇਵਾ ਨਿਭਾ ਰਿਹਾ ਆ, ਇੱਥੇ ਵੀ ਮੈਂ ਹਰ ਸਾਲ ਆਉਂਦਾ ਆ, ਕਈ ਇੱਦਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਈ। ਫਿਰ ਉਹ ਕਹਿੰਦੇ ਦੇਖੋ ਹੁਣ ਸਾਨੂੰ ਜਦ ਤੱਕ ਕਲੀਅਰੈਂਸ ਉੱਥੇ ਦਿੱਲੀ ਤੋਂ ਨਹੀਂ ਮਿਲਦੀ ਅਸੀਂ ਕੁਛ ਹੋਰ ਕਾਰਵਾਈ ਨਹੀਂ ਕਰ ਸਕਦੇ, ਜੇ ਨਹੀਂ ਹੋਇਆ ਤਾਂ ਫਿਰ ਵਾਪਸ ਜਾਣਾ ਪਊਗਾ, ਪਰ ਅਸੀਂ ਦੇਖਦੇ ਹਾਂ ਵੀ ਜੇ ਸਾਰਾ ਮਸਲਾ ਹੱਲ ਹੋ ਜਾਵੇ। ਸੋ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ, ਮੈਂ ਸਾਡੇ ਪਿਤਾ ਜੀ ਸਰਦਾਰ ਜਸਪਾਲ ਸਿੰਘ ਜੀ ਢੇਸੀ ਜੋ ਕੁਦਰਤੀ ਉਹ ਵੀ ਇੱਥੇ ਹੀ ਸੀਗੇ, ਇੰਡੀਆ 'ਚ ਆਏ ਹੋਏ ਸੀ, ਮੈਂ ਉਹਨਾਂ ਨੂੰ ਫ਼ੋਨ ਕੀਤਾ। ਸਾਡੇ ਚਾਚਾ ਜੀ ਸਰਦਾਰ ਪਰਮਜੀਤ ਸਿੰਘ ਰਾਏਪੁਰ ਜੋ ਕਿ ਇੱਥੋਂ ਜਲੰਧਰ ਤੋਂ ਆਦਮਪੁਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ, ਉਹਨਾਂ ਨੂੰ ਮੈਂ ਫ਼ੋਨ ਕੀਤਾ। ਮੈਨੂੰ ਪਤਾ ਕਿ ਤੁਸੀਂ ਬਾਹਰ ਇੰਤਜ਼ਾਰ ਕਰ ਰਹੇ ਹੋ ਹਵਾਈ ਅੱਡੇ ਦੇ, ਪਰ ਇੱਥੇ ਤਾਂ ਕੁਛ ਹੋਰ ਹੀ ਮਾਜਰਾ ਆ ਵੀ ਇੱਥੇ ਲੱਗਦਾ ਆ ਵੀ ਇਹਨਾਂ ਨੇ ਮੈਨੂੰ ਇੱਥੇ ਬਿਠਾਈ ਰੱਖਣਾ ਆ, ਕਿਉਂਕਿ ਉਹ ਕਹਿੰਦੇ ਵੀ OCI ਦੇ ਨਾਲ ਕੋਈ ਸਮੱਸਿਆ ਹੈਗੀ ਆ। ਉਹ ਵੀ ਵਿਚਾਰੇ ਸਾਰਾ ਪਰਿਵਾਰ ਪਰੇਸ਼ਾਨ ਹੋ ਗਿਆ। ਫਿਰ ਉਹਨਾਂ ਨੇ ਵੀ ਹੋਰਨਾਂ ਨੂੰ ਫੋਨ ਕੀਤੇ ਇੱਥੇ ਪੰਜਾਬ ਦਿੱਲੀ 'ਚ ਵੀ ਇਹ ਕੀ ਕੁਛ ਹੋ ਰਿਹਾ। ਫਿਰ ਜਿਹੜੇ ਸਾਡੇ ਸ਼ੁਭਚਿੰਤਕ ਹੋਰ ਸੀ ਉਹਨਾਂ ਨੇ ਵੀ ਇੱਧਰ ਉੱਧਰ ਫੋਨ ਖੜਕਾਏ। 2.5 ਘੰਟੇ ਉੱਥੇ ਬੈਠੇ ਰਹੇ। ਫਿਰ ਉਹ ਤੋਂ ਬਾਅਦ ਪਤਾ ਲੱਗਾ ਜਦੋਂ ਸਾਰੀ ਲੰਡਨ ਤੋਂ ਆਈ ਉਡਾਨ, ਉਹ ਵੀ ਸਾਰੇ ਮੁਸਾਫਰ ਚਲ ਗਏ ਸੀ। ਅਗਲੀ ਬਰਮਿੰਘਮ ਤੋਂ ਵੀ ਉਡਾਨ ਆ ਗਈ, ਉਹ ਵੀ ਚਲ ਗਏ। ਫਿਰ ਉਹਨਾਂ ਨੇ ਕਿਹਾ ਦੇਖੋ ਜੀ ਇਹ ਮਸਲਾ ਨਜਿੱਠ ਹੋ ਗਿਆ ਆ, ਅਸੀਂ ਜੋ ਤੁਹਾਨੂੰ ਪਰੇਸ਼ਾਨੀ ਆ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ, ਪਰ ਇਹ ਕਾਰਵਾਈ ਸੀਗੀ ਬਣਦੀ ਸੀਗੀ ਤੇ ਜੋ ਸਾਨੂੰ ਹੁਣ ਦਿੱਲੀ ਤੋਂ ਕਲੀਅਰੈਂਸ ਮਿਲ ਗਈ ਆ, ਸਾਰਾ ਮਸਲਾ ਸੁਲਝ ਗਿਆ, ਤੁਸੀਂ ਹੁਣ ਇੱਥੇ ਜਾਓ ਜੀ। ਸੋ ਇਹ ਹੋਇਆ ਜੀ। ਜਿਹੜੀ ਪੂਰੀ ਘਟਨਾ ਵਾਪਰੀ, ਤੁਸੀਂ ਉਸ ਦੇ ਪਿੱਛੇ ਰੀਜ਼ਨ ਦਿੱਤਾ ਕਿ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਮੈਂ ਬੋਲਿਆ ਤੇ ਉਸ ਕਰਕੇ ਮੇਰੇ ਨਾਲ ਇਹ ਕੁਝ ਹੋਇਆ, ਤੁਹਾਨੂੰ ਅਜਿਹਾ ਕਿਉਂ ਲੱਗਦਾ? ਇਹ ਦੇਖੋ ਜਦੋਂ ਮੈਂ ਪਿਛਲੇ ਸਾਲ ਆਇਆ
ਮੈਂ ਬਹੁਤ ਹੀ ਪ੍ਰਭਾਵਿਤ ਹੋਇਆ ਸਿਮਰਨ ਜੀ, ਜਦੋਂ ਮੈਨੂੰ ਇਹ ਇੱਥੇ ਜਿਹੜਾ ਪਿਆਰ, ਜਿਹੜਾ ਨਿੱਘ ਮਿਲਿਆ ਲੋਕਾਂ ਦਾ ਉਚੇਚੇ ਤੌਰ 'ਤੇ, ਇੱਥੇ ਦੇ ਆਵਾਮ ਦਾ, ਇੱਥੇ ਜੋ ਇੰਡੀਅਨ ਫਾਰਮਰਸ ਯੂਨੀਅਨ ਸੀ, ਜੋ ਕਿਸਾਨ ਜਥੇਬੰਦੀਆਂ ਸੀ, ਇੱਥੇ ਦੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਸੀ, ਸਿਵਲ ਸੁਸਾਇਟੀ ਸੀ, ਉਹਨਾਂ ਨੇ ਬਹੁਤ ਹੀ ਪਿਆਰ, ਮਾਣ ਸਨਮਾਨ ਬਖਸ਼ਿਆ। ਉਹ ਮੈਂ ਸਾਰਾ ਕੁਝ ਬਟੋਰ ਕੇ ਮੈਂ ਵਾਪਸ ਉਧਰ UK ਗਿਆ। ਮੈਂ ਹੋਰ ਵੀ ਇੱਥੇ ਅਨੇਕਾਂ ਵਿਅਕਤੀਆਂ ਨੂੰ ਦੱਸਿਆ ਵੀ ਇਹੋ ਜਿਹਾ ਜੋ ਉਹਨਾਂ ਨੇ ਕਦਰ ਪਾਈ ਵੀ ਜੇ ਮੈਂ ਆਵਾਜ਼ ਬੁਲੰਦ ਕੀਤੀ ਸੀ ਕਿਸਾਨਾਂ ਲਈ ਜਾਂ ਇੰਡੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਲਈ, ਉਹਨਾਂ ਨੇ ਉਹ ਗੱਲ ਨੂੰ ਵਧੀਆ ਮੰਨਿਆ, ਤਾਂ ਆਹ ਵਤੀਰਾ ਉਹਨਾਂ ਦਾ ਸੀਗਾ। ਪਰ ਮੈਂ ਇਸ ਗੱਲ ਤੋਂ ਵੀ ਭਲੀ ਭਾਂਤ ਜਾਣੂ ਹਾਂ ਕਿ ਉਦੋਂ ਕਈ ਵਿਅਕਤੀਆਂ ਨੇ ਇੱਥੇ ਗਲਤ ਬਿਆਨਬਾਜ਼ੀ ਵੀ ਦਿੱਤੀ ਵੀ ਲੈ ਲਓ ਜੀ, ਇਹਨੇ ਕਿਸਾਨ ਮੋਰਚੇ ਵੇਲੇ ਇੱਦਾਂ ਕਿਹਾ ਸੀਗਾ, ਇਹ ਤਾਂ ਐਂਟੀ ਨੈਸ਼ਨਲ ਆ, ਇਹ ਐਂਟੀ ਇੰਡੀਆ ਆ, ਇਹਨੇ ਇਹਦਾ ਵੀਜ਼ਾ ਰੱਦ ਕਰ ਦੇਣਾ ਚਾਹੀਦਾ ਆ। ਅਤੇ ਚਲੋ ਮੈਂ ਦੱਸੋ, ਚਲੋ ਇੱਦਾਂ ਦੇ ਵੀ ਵਿਅਕਤੀ ਹੁੰਦੇ ਨੇ, ਉਹ ਨਫ਼ਰਤ ਦੇ ਵਿੱਚ, ਨਫ਼ਰਤ ਦੇ ਨਾਲ ਇੰਨੇ ਭਰੇ ਹੁੰਦੇ ਨੇ ਕਿ ਉਹਨਾਂ ਨੂੰ ਉਹ ਵਿਅਕਤੀ, ਉਹ ਸ਼ਖਸ ਚੰਗੇ ਹੀ ਨਹੀਂ ਲੱਗਦੇ ਜਿਹੜੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ, ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ। ਪਰ ਉਹਨਾਂ ਨੂੰ ਵੀ ਮੈਂ ਉਦੋਂ ਵੀ ਇਹੀ ਸਲਾਹ ਦਿੱਤੀ ਸੀਗੀ ਵੀ ਜੇ ਮੈਂ ਹੋਰਨਾਂ ਦੇ ਮਨੁੱਖੀ ਅਧਿਕਾਰਾਂ ਲਈ ਨਾ ਖੜਾ ਹੋਇਆ, ਜੇ ਤੁਸੀਂ ਹੋਰਨਾਂ ਦੇ ਮਨੁੱਖੀ ਅਧਿਕਾਰਾਂ ਲਈ ਨਾ ਖੜੇ ਹੋਵੋਗੇ, ਜਦੋਂ ਤੁਹਾਡੀ ਵਾਰੀ ਆਊਗੀ ਜਾਂ ਮੇਰੀ ਵਾਰੀ ਆਊਗੀ, ਕਿਸੇ ਨੇ ਨਹੀਂ ਖੜਨਾ। ਇਹ ਜਿਹੜੇ ਮਨੁੱਖੀ ਅਧਿਕਾਰ ਹੁੰਦੇ ਨੇ, ਇਹ ਯੂਨੀਵਰਸਲ ਹੁੰਦੇ ਨੇ, ਸਾਰੀ ਦੁਨੀਆ ਭਰ 'ਚ ਸਾਨੂੰ ਸਾਰਿਆਂ ਦੇ ਲਈ ਇਹ ਜਦੋਜਹਿਦ ਕਰਨੀ ਚਾਹੀਦੀ ਵੀ ਕਿਸੇ ਇੱਕ ਨਾਲ ਵਿਤਕਰਾ ਨਾ ਹੋਵੇ। ਸੋ ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਉਦੋਂ ਉਹਨਾਂ ਨੇ, ਮੈਂ ਕਿਹਾ ਜੇ ਤੁਸੀਂ ਆਹ ਜਿਹੜਾ ਐਂਟੀ ਨੈਸ਼ਨਲ, ਐਂਟੀ ਇੰਡੀਆ, ਮੈਂ ਕਿਹਾ ਇਹ ਗੱਲਾਂ ਤੁਸੀਂ ਕਹੀ ਜਾਂਦੇ, ਮੈਂ ਕਿਹਾ ਇਹ ਤਾਂ ਤੁਸੀਂ ਤਾਂ ਇੱਥੇ ਦੇ ਜਿਹੜੇ ਕਿਸਾਨਾਂ ਨੂੰ, ਜਿਹੜੇ ਇੱਥੇ ਅੰਨਦਾਤਾ, ਉਹਨਾਂ ਨੂੰ ਨਹੀਂ ਬਖਸ਼ਿਆ। ਇਹ ਤੁਸੀਂ ਉਹਨਾਂ ਨੂੰ ਕੋਈ ਲੈ ਲਓ ਜੀ, ਇਹ ਕੋਈ ਖਾਲਿਸਤਾਨੀ ਆਏ, ਕੋਈ ਪਾਕਿਸਤਾਨੀ ਆਏ, ਕੋਈ ਫਲਾਣਾ ਧਮਕਣਾ, ਮੈਂ ਕਿਹਾ ਤੁਸੀਂ ਇਹ ਜਿਹੜੇ ਇਹਨਾਂ ਕੋਈ ਤੁੱਕ ਨਹੀਂ ਬਣਦਾ। ਸਰਕਾਰ ਦੀ ਕਿਸੇ ਨੀਤੀ ਦੇ ਖਿਲਾਫ ਜਦੋਂ ਤੁਸੀਂ ਕੋਈ ਗੱਲ ਕਰਦੇ ਆ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਰਕਾਰ ਦੇ ਖਿਲਾਫ ਹੋ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਦੇਸ਼ ਦੇ ਖਿਲਾਫ ਹੋ। ਮੈਂ ਤਾਂ ਇੱਥੇ ਜਿਹੜਾ ਸਾਡਾ UK ਦੇ ਜਿਹੜੀ ਸਰਕਾਰ ਆ, ਉਹਨਾਂ ਨੂੰ ਆੜੇ ਹੱਥੇ ਲੈਣ ਤੋਂ 2 ਮਿੰਟ ਨਹੀਂ ਸੋਚੀਦਾ ਵੀ ਇਹ ਤੁਸੀਂ ਗਲਤ ਕੰਮ ਕਰ ਰਹੇ ਆ। ਉਹ ਤਾਂ ਸਰਕਾਰ ਦੇ ਕਈ ਜਿਹੜੇ ਮੈਂਬਰ ਆਫ ਪਾਰਲੀਮੈਂਟ ਹੁੰਦੇ ਨੇ, ਉਹ ਵੀ ਆਵਾਜ਼ ਬੁਲੰਦ ਕਰਦੇ ਨੇ। ਸਾਡੇ ਵਰਗੇ ਜਿਹੜੇ ਵਿਰੋਧੀ ਤੇ ਅਸੀਂ ਵੀ ਆਵਾਜ਼ ਬੁਲੰਦ ਕਰਦੇ ਹਾਂ। ਕਈ ਵਾਰੀ ਸਾਡੀ ਸਹਿਮਤੀ ਹੁੰਦੀ, ਕਈ ਵਾਰੀ ਨਹੀਂ ਸਹਿਮਤੀ ਹੁੰਦੀ। ਸਾਡਾ ਇਹ ਫਰਜ਼ ਬਣਦਾ ਕਿ ਸਰਕਾਰ ਨੂੰ ਜਵਾਬਦੇਹ ਬਣਾਉਣਾ, ਮੰਤਰੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਵਾਬਦੇਹ ਬਣਾਉਣਾ, ਤਾਂ ਕਿ ਉਹ ਕੋਈ ਗਲਤ ਫੈਸਲਾ ਨਾ ਲੈ ਲੈਣ ਜਿਹਦੇ ਨਾਲ ਨਾ ਸਿਰਫ ਉਹਨਾਂ ਨੂੰ ਜਾਂ ਸਾਰੇ ਦੇਸ਼ ਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਇਹ ਗੱਲਾਂ ਨੂੰ ਮੁੱਖ ਰੱਖਦੇ ਹੋਏ ਮੈਂ ਕਿਹਾ ਜੇ ਤੁਸੀਂ ਐਂਟੀ ਨੈਸ਼ਨਲ ਕਹੀ ਜਾਂਦੇ ਆ, ਮੈਂ ਕਿਹਾ ਇੱਥੇ ਸਾਡੇ ਵਰਗੇ ਤਾਂ ਇਹ ਹੈਗੇ ਆ ਜਿਹੜੇ ਉੱਥੇ ਦਿਨ ਰਾਤ ਤੁਹਾਡੇ ਦੇਸ਼ ਦੀ, ਇੱਥੇ ਉਚੇਚੇ ਤੌਰ 'ਤੇ ਜਿਹੜੇ ਪੰਜਾਬ ਦੀ ਤਰੱਕੀ ਅਸੀਂ ਲੋਚਦੇ ਹਾਂ ਵੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਅਮਨ ਸ਼ਾਂਤੀ ਹੋਵੇ, ਤੁਹਾਡੇ ਗੁਆਂਢੀ ਮੁਲਕਾਂ ਨਾਲ ਵੀ ਹੋਵੇ, ਅਤੇ ਇਹ ਤੁਸੀਂ ਬਿਨਾਂ ਮਤਲਬ ਤੋਂ ਜਿਹੜਾ ਚਿੱਕੜ ਸੱਟਣਾ, ਇਹ ਕੋਈ ਤੁੱਕ ਨਹੀਂ ਬਣਦਾ। ਇਹ ਪਰ ਇਹਨਾਂ ਨੇ ਤਾਂ ਉਦੋਂ ਵੀ ਮੈਂ ਦੇਖਿਆ ਕਿਸਾਨੀ ਅੰਦੋਲਨ ਵੇਲੇ ਵੀ ਤਾਬੜਤੋੜ ਹਮਲੇ ਤੇ ਹਮਲਾ, ਇੱਥੇ ਕਈ ਫੇਕ ਅਕਾਊਂਟ ਬਣਾਈ ਜਾਓ, ਇੱਥੇ ਕਰੀ ਜਾਓ, ਇਹ ਕਈਆਂ ਦੇ ਨਸਲੀ ਵਿਤਕਰਾ ਸੀਗਾ, ਕਈ ਸਿੱਖ ਵਿਰੋਧੀ ਸੀਗੇ, ਕਈਆਂ ਨੂੰ ਸੀਗਾ ਵੀ ਇਹ ਬੰਦਾ ਆਵਾਜ਼ ਕੋ ਬੁਲੰਦ ਕਰ ਰਿਹਾ ਵੀ ਤੂੰ ਇਹ ਇੰਟਰਨਲ ਮੈਟਰ ਸਾਡਾ ਮਸਲਾ ਹੈ ਵੀ ਇਹ ਤੇਰਾ ਮਸਲਾ। ਮੈਂ ਕਿਹਾ ਜੇ ਕਿਸਾਨਾਂ 'ਤੇ ਲਾਠੀਆਂ ਵੱਢ ਰਹੀਆਂ ਜਾਂ ਉਹਨਾਂ 'ਤੇ ਅਥਰੂ ਗੈਸ ਸਿੱਟਿਆ ਜਾ ਜਾਂ ਪਾਣੀ ਦੇ ਬਛਾੜਾ ਆ, ਇਹ ਮੈਂ ਕਿਹਾ ਸਿਰਫ ਇੰਟਰਨਲ ਮੈਟਰ ਨਹੀਂ, ਇਹ ਮੈਂ ਕਿਹਾ ਗਲੋਬਲ ਮਸਲਾ ਬਣ ਜਾਂਦਾ ਆ। ਜਿਹੜਾ ਅੰਦੋਲਨ ਦੁਨੀਆ ਭਰ ਸਭ ਤੋਂ ਵੱਡਾ ਅੰਦੋਲਨ ਆ, ਮੈਂ ਕਿਹਾ ਉਹ ਤਦੀ ਦੁਨੀਆ ਭਰ 'ਚ ਗੱਲਾਂ ਬਾਤਾਂ ਹੋ ਰਹੀਆਂ। ਸੋ ਮੇਰਾ ਫਰਜ਼ ਬਣਦਾ ਆ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਵੀ, ਇੱਕ ਬਤੌਰ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਵੀ, ਕਿਉਂਕਿ ਇੱਥੇ ਸਲੋ ਜਿਹੜਾ ਇਲਾਕਾ ਆ, ਇਹ ਤਕਰੀਬਨ 17% ਇੰਡੀਅਨ ਪਿਛੋਕੜ ਦੇ ਨਾਲ ਜਿਹੜੇ ਉਹ ਵਿਅਕਤੀ ਤਾਲੁਕ ਰੱਖਦੇ ਨੇ। ਸੋ ਉਹਨਾਂ 'ਚੋਂ ਪੰਜਾਬੀ ਵੀ ਕਾਫੀ ਨੇ, ਤਾਂ 3000 ਤੋਂ ਵੱਧ ਵਿਅਕਤੀਆਂ ਨੇ ਜੋ ਮੇਰੇ ਨਗਰ ਨਿਵਾਸੀ ਨੇ, ਜੋ ਮੇਰੇ ਵੋਟਰ ਨੇ, ਉਹਨਾਂ ਨੇ ਮੈਨੂੰ ਪਟੀਸ਼ਨ ਦੇ ਵਿੱਚ ਦਸਤਖਤ ਕਰਕੇ ਇਹ ਪੈਗਾਮ ਪਹੁੰਚਾਇਆ ਕਿ ਇਹ ਮਸਲਾ ਤੁਸੀਂ ਉਠਾਓ ਤਾਂ ਕਿ ਸਾਡੇ ਦੋਸਤਾਂ ਰਿਸ਼ਤੇਦਾਰਾਂ ਦੀ ਤੁਸੀਂ ਕੋਈ ਖਬਰਸਾਰ ਲਓ। ਮੈਂ ਕਿਹਾ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਮੈਂ ਕਿਹਾ ਮੇਰੇ ਤਾਂ ਮਾਂ-ਬਾਪ ਆ ਜਾਂ ਜਿਹੜੇ ਬਜ਼ੁਰਗ ਆ, ਉਹ ਵੀ ਇੱਥੇ ਕਿਸਾਨੀ ਪਿਛੋਕੜ ਦੇ ਨਾਲ ਤਾਲੁਕ ਰੱਖਦੇ ਨੇ। ਮੈਂ ਕਿਹਾ ਉਹ ਵੀ ਇੱਥੋਂ ਮਿੱਟੀ ਦੇ ਨਾਲ ਮਿੱਟੀ ਹੋ ਕੇ ਗਏ, ਤੁਸੀਂ ਬੇਫਿਕਰ ਹੋ, ਮੈਂ ਇਹ ਆਵਾਜ਼ ਜ਼ਰੂਰ ਬੁਲੰਦ ਕਰੂੰਗਾ। ਤਾਂ ਉਹ ਕੀਤੀ ਵੀ। ਤਾਂ ਜਦੋਂ ਇਹਨਾਂ ਨੇ ਤਾਬੜਤੋੜ ਹਮਲੇ ਵੀ ਕੀਤੇ, ਜਿਹੜਾ ਨਕਲੀ ਪ੍ਰੋਫਾਈਲਾਂ ਬਣਾ ਕੇ, ਤਾਂ ਇਹਨਾਂ ਨੂੰ ਮੈਂ ਆੜੇ ਹੱਥੇ ਲਿਆ ਸੀਗਾ ਉਦੋਂ। ਮੈਂ ਕਿਹਾ ਜਿਹੜਾ 2 ਰੁਪਈਆਂ ਦੀ ਜਿਹੜੀ ਟਵਿੱਟਰ ਟਰੋਲ ਫੈਕਟਰੀ ਤੇ ਲੋਕਾਂ ਨੇ ਕਈਆਂ ਨੇ ਚਾਲੂ ਕੀਤੀ ਪਈ ਆ, ਮੈਂ ਕਿਹਾ ਇਹ ਵੀ ਬੇਨਕਾਬ ਇੱਥੇ ਹੋ ਰਹੀ ਆ। ਅਤੇ ਉਹ ਜਦੋਂ ਕਈ ਜਿਹੜੇ ਵਿਅਕਤੀਆਂ ਨੂੰ ਇਸ ਗੱਲ ਦਾ ਇਲਮ ਨਹੀਂ ਹੁੰਦਾ ਵੀ ਜਦੋਂ ਕੋਈ ਮੈਂਬਰ ਆਫ ਪਾਰਲੀਮੈਂਟ ਦੇ ਥੱਲੇ ਤੁਸੀਂ ਕੌਮੈਂਟ ਪਾਉਂਦੇ ਆ, ਉਹ ਸਿਰਫ ਮੈਂ ਨਹੀਂ ਦੇਖ ਰਿਹਾ, ਸਿਰਫ ਇੱਥੇ ਇੰਡੀਆ ਦੇ ਲੋਕ ਨਹੀਂ ਦੇਖ ਰਹੇ, ਉੱਥੇ UK ਦੇ ਵਿੱਚ ਜਿਹੜੇ ਉੱਥੇ ਦੇ ਜਰਨਲਿਸਟ ਆ, ਉੱਥੇ ਲੋਕ ਉਹ ਵੀ ਦੇਖ ਰਹੇ ਆ। ਉਹਦੇ ਕਰਕੇ ਉਹਨਾਂ ਦੀਆਂ ਇਹ ਮਾੜੀਆਂ ਕਾਰਗੁਜ਼ਾਰੀਆਂ ਕਰਕੇ ਉੱਥੇ ਇਨਵੈਸਟੀਗੇਟਿਵ ਜਿਹੜੇ ਜਰਨਲਿਸਟ, ਜਿਹੜੇ ਪੱਤਰਕਾਰ ਆ, ਉਹਨਾਂ ਨੇ ਖੋਜ ਪੜਤਾਲ ਕੀਤੀ, ਤਾਂ ਉਹਨਾਂ ਨੇ ਵੀ ਲੇਖ ਉੱਥੇ ਲਿਖੇ ਵੀ ਇੱਦਾਂ ਦੀਆਂ ਨਕਲੀ ਫੇਕ ਪ੍ਰੋਫਾਈਲਾਂ ਉੱਥੇ ਲੱਖਾਂ ਦੇ ਹਿਸਾਬ ਨਾਲ ਉੱਥੇ ਬਣ ਕੇ ਤਾਂ ਇੱਦਾਂ
ਇਹ ਕਾਰਵਾਈ ਹੋ ਰਹੀ ਆ। ਉਹ ਵੀ ਇੱਥੇ ਬਤੌਰ ਸਾਡੇ ਮੈਂਬਰਸ ਆਫ ਪਾਰਲੀਮੈਂਟ 'ਤੇ ਵੀ ਇੱਦਾਂ ਜੋ ਹਮਲਾ ਕਈ ਵਿਅਕਤੀ ਇਹ ਬੋਲ ਰਹੇ ਨੇ। ਸੋ ਉਹਦੇ ਨਾਲ ਜਿਹੜੇ ਇਹ ਆਪਣੇ ਆਪ ਨੂੰ ਪ੍ਰੋ ਨੈਸ਼ਨਲ ਕਹਿੰਦੇ ਨੇ, ਅਸਲ 'ਚ ਤਾਂ ਸਭ ਤੋਂ ਵੱਡੇ ਐਂਟੀ ਨੈਸ਼ਨਲ ਤਾਂ ਉਹ ਆ ਕਰਕੇ ਉਹਨਾਂ ਕਰਕੇ ਦੇਸ਼ ਦਾ ਅਕਸ ਖਰਾਬ ਹੋ ਰਿਹਾ। ਹੁਣ ਉਹਨਾਂ ਨੇ ਜੇ ਸ਼ਿਕਾਇਤਾਂ ਕੀਤੀਆਂ ਜਾਂ ਹੁਣ ਮੇਰੇ ਵਰਗੇ ਦੇ ਖਿਲਾਫ ਵੀ ਸਾਡੇ ਵੀਜ਼ੇ ਰੱਦ ਹੋਣ, ਉਹ ਤਾਂ ਪੁੱਠਾ ਉਹਨਾਂ 'ਤੇ ਪਿਆ ਕਰਕੇ ਉਹ ਥੋੜ੍ਹੇ ਸਮੇਂ ਦੇ ਵਿੱਚ ਹੀ ਦੁਨੀਆ ਭਰ 'ਚ ਜਿਹੜੇ ਪੰਜਾਬੀਆਂ 'ਚ ਤਾਂ ਖਬਰ ਪਹੁੰਚਣੀ ਸੀਗੀ। ਉਸ ਦੇ ਨਾਲ ਜਿਹੜੇ ਉੱਥੇ ਜਿਹੜੇ ਮੈਂਬਰਸ ਆਫ ਪਾਰਲੀਮੈਂਟ ਸੀਗੇ ਉੱਥੇ ਉਹ ਵੀ ਪਰੇਸ਼ਾਨ ਵੀ ਉਹਨਾਂ ਦਾ ਵੀ ਤਾਲੁਕ ਆਇਆ ਵੀ ਤੁਸੀਂ ਉੱਥੇ ਸਭ ਠੀਕ ਆ। ਉੱਥੇ ਸਾਨੂੰ ਪਤਾ ਲੱਗਾ ਵੀ ਕੁਛ ਇੱਦਾਂ ਦੇ ਕੁਛ ਮੈਂ ਕਿਹਾ ਕੁਛ ਫਿਕਰ ਕਰਨ ਦੀ ਲੋੜ ਨਹੀਂ, ਮੈਂ ਆਪਣੇ ਪਰਿਵਾਰ ਦੇ ਨਾਲ ਹੀ ਬੈਠਾ ਹਾਂ ਅਤੇ ਉਹ 2.5 ਘੰਟੇ ਥੋੜ੍ਹਾ ਖੱਜਲ ਖੁਆਰੀ ਹੋਈ, ਪਰ ਹੁਣ ਮੈਂ ਠੀਕ ਹਾਂ, ਕੁਛ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਤੁਸੀਂ ਬਾਕੀਆਂ ਨੂੰ ਵੀ ਦੱਸਿਓ। ਸੋ ਇਹ ਮੈਂ ਗੱਲ ਤਾਂ ਆਖ ਰਿਹਾ ਕਿ ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਉਹਨਾਂ ਦੇ ਜਿਹੜੇ ਮਾੜੇ ਕਦਮ ਆ ਉਹਨਾਂ ਦਾ ਸਿੱਟਾ ਕਈ ਵਾਰੀ ਹੋਰ ਵੀ ਗੰਭੀਰ ਨਿਕਲਦਾ। ਤਾਂ ਇਹ ਦੇਸ਼ ਵਿਰੋਧੀ ਜਿਹੜੀਆਂ ਤਾਕਤਾਂ ਤੋਂ ਆਪਾਂ ਨੂੰ, ਸਰਕਾਰ ਨੂੰ ਤਾਂ ਪ੍ਰਸ਼ਾਸਨ ਨੂੰ ਸੁਚੇਤ ਰਹਿਣਾ ਚਾਹੀਦਾ ਆ। ਕਿਸੇ ਦਾ ਵੀ ਵੀਜ਼ਾ ਰੱਦ ਕਰਨ ਤੋਂ ਪਹਿਲਾਂ ਜਾਂ ਕੋਈ OCI ਸਸਪੈਂਡ ਕਰਨ ਜਾਂ ਕੈਂਸਲ ਕਰਨ ਇੱਦਾਂ ਦੀ ਕਾਰਵਾਈ ਤੋਂ ਪਹਿਲਾਂ ਉਹਨਾਂ ਨੂੰ ਇਹ ਪੂਰੀ ਤਫਤੀਸ਼ ਕਰਨੀ ਚਾਹੀਦੀ ਆ ਵੀ ਜੇ ਇਹ ਅਮਨ ਸ਼ਾਂਤੀ ਵਾਲਾ ਵਿਅਕਤੀ ਆ ਜਾਂ ਨਹੀਂ, ਇਹ ਜ਼ਿੰਮੇਵਾਰ ਵਿਅਕਤੀ ਹੈ ਜਾਂ ਨਹੀਂ, ਇਹ ਮੈਂਬਰ ਆਫ ਪਾਰਲੀਮੈਂਟ ਹੈ ਜਾਂ ਨਹੀਂ। ਇਹ ਕਿਸ ਤਰੀਕੇ ਦੇ ਨਾਲ ਇਹ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉੱਥੇ ਬਹੁਤ ਸਾਰੇ ਚੈੱਕਸ ਐਂਡ ਬੈਲੈਂਸਿਸ ਹੋਣੇ ਚਾਹੀਦੇ ਆ, ਤਾਂ ਕਿ ਇਹ ਨਹੀਂਗਾ ਵੀ ਕੋਈ ਉੱਥੇ ਅਫਸਰਸ਼ਾਹੀ 'ਚੋਂ ਜਾਂ ਕੋਈ ਹੋਰ ਹੀ ਵਿਅਕਤੀ ਉੱਥੇ ਬਿਨਾਂ ਮਤਲਬ ਤੋਂ ਉੱਥੇ ਰੱਦ ਕਰੀ ਜਾਵੇ। ਇਹਦਾ ਬਤੌਰ ਇੱਕ ਪ੍ਰੋਸੈਸ ਹੋਣਾ ਚਾਹੀਦਾ ਆ ਤਾਂ ਕਿ ਕਿਸੇ ਦਾ ਵੀਜ਼ਾ ਬਿਨਾਂ ਮਤਲਬ ਤੋਂ ਰੱਦ ਨਾ ਕੀਤਾ ਜਾਵੇ ਤਾਂ ਲੋਕੀ ਖੱਜਲ ਖੁਆਰ ਨਾ ਹੋਣ। ਮੈਂ ਤਾਂ ਇਹੀ ਜਿਹੜੇ ਉੱਥੇ ਬਾਹਰ ਵਾਸਤੇ ਜਿਹੜੇ NRIs ਵੀ ਨੇ, ਤੁਸੀਂ ਦੇਖੋ ਇਹ ਜਿਹੜੀ ਚੀਜ਼ ਨੂੰ ਇਹ ਤੋਂ ਆਪਾਂ ਤੁਸੀਂ ਇਹ ਨਾ ਸੋਚ ਲਿਓ ਵੀ ਇੱਥੇ ਇੰਡੀਆ ਨਹੀਂ ਆਉਣਾ ਜੀ, ਇੱਥੇ ਪੰਜਾਬ 'ਚ। ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਥੇ ਆਓ, ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਮਿਲੋ। ਹੁਣ ਜੇ ਆਪਾਂ ਇਸ ਮਾੜੀ ਜਿਹੜੀ ਗੱਲ 'ਚੋਂ ਆਪਾਂ ਕੁਛ ਚੰਗਾ ਕੱਢਣਾ, ਉਹ ਇਹੀ ਆ ਵੀ ਆਪਾਂ ਆਪਣਾ ਜਿਹੜਾ ਪ੍ਰਸ਼ਾਸਨ ਦੇ ਤੌਰ 'ਤੇ ਵੀ ਉਹ ਜਿਹੜੀਆਂ ਉਹ ਕਈ ਕਮੀਆਂ ਪੇਸ਼ੀਆਂ ਵੀ ਉਹਨਾਂ ਨੂੰ ਆਪਾਂ ਦੂਰ ਕਰਕੇ ਤਾਂ ਇਹ ਪ੍ਰੋਸੈਸ ਨੂੰ ਵਧੀਆ ਕਰੀਏ। ਜੀ ਸਰ, ਜਿਹੜਾ ਕੁਝ ਤੁਹਾਡੇ ਨਾਲ ਹੋਇਆ ਬੀਤੇ ਦਿਨਾਂ ਦੇ ਵਿੱਚ, ਜਰਨਲਿਸਟ ਨੇ ਅਮਰੀਕਾ ਦੇ ਅੰਗਦ ਸਿੰਘ ਹੋਰੀ, ਉਹ ਆਉਂਦੇ ਨੇ ਇੰਡੀਆ, ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ 에ਅਰਪੋਰਟ ਤੋਂ। ਇੱਕ ਪਾਸੇ ਇਹ ਗੱਲਾਂ ਨੇ, ਖਾਲਸਾ ਏਡ ਤੇ ਹਾਲ ਹੀ ਦੇ ਦਿਨਾਂ ਦੇ ਵਿੱਚ ਰੇਡ ਹੁੰਦੀ ਹੈ, UK ਬੇਸਡ ਆਰਗੇਨਾਈਜੇਸ਼ਨ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਇੱਕ ਪਾਸੇ ਇਹ ਗੱਲਾਂ ਨੇ, ਦੂਜੇ ਪਾਸੇ ਵਰਲਡਸ ਬਿਗੇਸਟ ਡੈਮੋਕ੍ਰੇਸੀ ਦਾ ਇੰਡੀਆ ਦਾਅਵਾ ਕਰਦੀ ਹੈ। ਤੁਹਾਨੂੰ ਲੱਗਦਾ ਇਹ ਦੋਨੋਂ ਗੱਲਾਂ ਇੱਕ ਦੂਜੇ ਨੂੰ ਕੰਟਰਡਿਕਟ ਕਰਦੀਆਂ ਨੇ? ਦੇਖੋ, ਇੱਕ ਡੈਮੋਕ੍ਰੇਸੀ ਜਿਹੜੀ ਹੁੰਦੀ ਆ, ਇੱਕ ਲੋਕਤੰਤਰ ਜਮਹੂਰੀਅਤ ਆ, ਉਹ ਜਿਹੜਾ ਕਦਰਾਂ ਕੀਮਤਾਂ ਉਸ ਦੀਆਂ ਹੁੰਦੀਆਂ, ਉਹਦੇ ਵਿੱਚ ਇੱਕ ਫ੍ਰੀ ਮੀਡੀਆ, ਫ੍ਰੀ ਪ੍ਰੈਸ, ਹੁਣ ਪ੍ਰਾਈਮ ਏਜੀਆ TV ਵਰਗੇ ਆ ਜਾਂ ਹੋਰ, ਉਹਨਾਂ ਨੂੰ ਪੂਰਾ ਆਪਣਾ ਹੱਕ ਹੋਣਾ ਚਾਹੀਦਾ ਵੀ ਗੱਲਬਾਤ ਕਰਨ ਨੂੰ। ਜੋ ਪੱਤਰਕਾਰ ਹੁੰਦੇ ਨੇ ਜਾਂ ਜਿਹੜੀਆਂ ਤੁਸੀਂ ਹੁਣ ਸਮਾਜ ਸੇਵੀ ਸੰਸਥਾਵਾਂ ਦੀ ਗੱਲ ਕੀਤੀ, ਤੁਸੀਂ ਖਾਲਸਾ ਏਡ ਦੀ ਜ਼ਿਕਰ ਕੀਤਾ ਆ, ਉਹ ਸਾਡੇ ਸਲੋ ਇਲਾਕੇ ਤੋਂ ਹੀ ਉਸ ਦੀ ਉਪਜ ਹੋਈ। ਪਿਛਲੇ 20 ਸਾਲਾਂ ਤੋਂ ਬਤੌਰ ਉਹ ਸਰਬੱਤ ਦੇ ਭਲੇ ਦੇ ਲਈ ਕਾਰਜ ਕਰ ਰਹੇ ਨੇ। ਮੈਨੂੰ ਪਤਾ ਉਹਨਾਂ ਦੇ ਜਿਹੜੇ ਮੁੱਖ ਵਿਅਕਤੀ ਨੇ ਰਵੀ ਸਿੰਘ ਹੁਣੀ, ਉਹ ਵੀ ਉਹਦੇ ਸਾਡੇ ਸਲੋ ਇਲਾਕੇ ਤੋਂ ਵੀ ਆ। ਪਰ ਦੇਖੋ, ਜਿਹੜੇ ਖਾਲਸਾ ਏਡ ਨੇ ਬਹੁਤ ਸਾਰੇ ਲੋਕਾਂ ਲਈ ਬਹੁਤ ਸਾਰਾ ਵਧੀਆ ਜਿਹੜਾ ਕੰਮ ਕੀਤਾ ਵੀ ਹੈ। ਸੋ ਮੈਂ ਇਹੀ ਆਸ ਕਰਦਾ ਕਿ ਇਹ ਜਿਹੜੇ ਮਸਲੇ ਜਲਦ ਤੋਂ ਜਲਦ ਜਿਹੜਾ ਪ੍ਰਸ਼ਾਸਨ ਇਹਨਾਂ ਦੇ ਨਾਲ ਨਜਿੱਠ ਕੇ ਤਾਂ ਕਿ ਜੋ ਵਧੀਆ ਕੰਮ ਕਰਦਾ ਆ ਉਹਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਤਾਂ ਉਹ ਸੇਵਾ ਭਾਵਨਾ ਨਾਲ ਜਾਂ ਜੇ ਕੁਛ ਕੰਮ ਕਰਦਾ ਆ ਉਸ ਨੂੰ ਮੌਕਾ ਦਿੱਤਾ ਜਾਵੇ। ਜਿਹੜੇ ਪੱਤਰਕਾਰ ਆ, ਹੁਣ ਤੁਹਾਡੇ ਵਰਗੇ ਆ ਜਾਂ ਹੋਰ ਆ, ਹਰ ਇੱਕ ਨੂੰ ਜੇ ਜ਼ਿੰਮੇਵਾਰ ਤਰੀਕੇ ਨਾਲ ਕੋਈ ਕੰਮ ਕਰਦਾ ਆ, ਉਹਨਾਂ ਨੂੰ ਆਪਣੇ ਅਲੱਗ-ਅਲੱਗ ਜਿਹੜੇ ਉਹਨਾਂ ਦੇ ਨਜ਼ਰੀਏ ਆ ਉਹਨਾਂ ਨੂੰ ਗੱਲ ਕਰਨ ਦਾ ਪੂਰਾ ਮੌਕਾ ਦਿੱਤਾ ਜਾਣਾ ਚਾਹੀਦਾ। ਸਾਡੇ ਉੱਥੇ UK 'ਚ ਵੀ ਆ, ਉੱਥੇ ਵੀ ਇੱਦਾਂ ਹੀ ਆ। ਇਹ ਇਟਸ ਅ ਸਾਈਨ ਆਫ ਅ ਸਫਿਸਟੀਕੇਟਿਡ ਡੈਮੋਕ੍ਰੇਸੀ। ਜੇ ਉਹ ਇੱਕ ਵਧੀਆ ਦੇਸ਼ ਦਾ ਉਹ ਇੱਕ ਕਿਸਮ ਦਾ ਇਹ ਨਿਸ਼ਾਨ ਹੁੰਦਾ ਆ ਕਿ ਆਪਾਂ ਅਲੱਗ-ਅਲੱਗ ਸੋਚ ਨੂੰ ਇੱਕੋ ਸਮੇਂ 'ਤੇ ਸੁਣਨ ਦਾ ਆਪਾਂ ਸਮਰੱਥਾ ਆਪਣੇ 'ਚ ਹੋਣੀ ਚਾਹੀਦੀ ਹੈ, ਉਹ ਸਹਿਣ ਸ਼ਕਤੀ ਹੋਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੈ। ਸਾਡੇ UK 'ਚ ਵੀ ਅਸੀਂ ਇਹੀ, ਜੇ ਮੈਂ ਸਿੱਖਿਆ ਉੱਥੇ ਕੁਛ ਇਹ ਆ ਵੀ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਬਹਿਸ ਅਲੱਗ-ਅਲੱਗ ਵਿਚਾਰਧਾਰਾ ਦੇ ਲੈ ਕੇ ਉੱਥੇ ਬਹਿਸ ਹੁੰਦੀ ਆ, ਤਾਂ ਉਸ 'ਚੋਂ ਕੁਛ ਨਾ ਕੁਛ ਵਧੀਆ ਜ਼ਰੂਰ ਨਿਕਲਦਾ ਆ ਤਾਂ ਕਿ ਅਸੀਂ ਦੇਸ਼ ਨੂੰ ਵਧੀਆ ਰਸਤੇ ਵੱਲ ਉਹਨੂੰ ਲੈ ਕੇ ਜਾਈਏ। ਜੀ, ਜਿਵੇਂ ਤੁਸੀਂ ਕਲੇਮ ਕਰਦੇ ਹੋ, ਇੱਕ ਕਲੇਮਸ ਇਹ ਵੀ ਨੇ ਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਨੇ ਹਾਲ ਹੀ ਦੇ ਵਿੱਚ ਇਲਜ਼ਾਮ ਲਗਾਏ ਨੇ ਕਿ ਇੰਡੀਅਨ ਜਿਹੜੀ ਸਿਆਸਤਦਾਨ ਨੇ ਜਾਂ ਫਿਰ ਜਿਹੜੀ ਬਿਊਰੋਕ੍ਰੇਸੀ ਹੈ ਉਸ ਦੀ ਬਹੁਤ ਜ਼ਿਆਦਾ ਇੰਟਰਫੇਰੈਂਸ ਉੱਥੋਂ ਦੀ ਗਵਰਨਮੈਂਟ ਦੇ ਵਿੱਚ ਰਹਿੰਦੀ ਹੈ। ਠੀਕ ਹੈ, UK ਦੇ ਵਿੱਚ ਵੀ ਇਹੋ ਜਿਹੀ ਹੈ? ਜੀ ਦੇਖੋ, ਕੈਨੇਡਾ ਦੇ ਵਿੱਚ ਜੋ ਉਹਨਾਂ ਨੇ ਜਿਹੜੀ ਰਿਪੋਰਟ ਕੀਤੀ ਹੋਣੀ ਆ ਉਹ ਤਾਂ ਮੈਂ ਬਰੀਕੀ ਦੇ ਵਿੱਚ ਪੜ੍ਹੀ ਨਹੀਂ ਗਈ, ਪਰ ਇਹ ਉੱਥੇ ਦੀਆਂ ਜਿਹੜੀਆਂ ਏਜੰਸੀਆਂ ਉਹ ਜਾਣਦੀਆਂ ਹੋਣਗੀਆਂ ਵੀ ਕੀ ਗੱਲਬਾਤ ਹੈਗੀ, ਕਿਸ ਤਰੀਕੇ ਦੇ ਨਾਲ ਉਹਨਾਂ ਦਾ ਹੈਗਾ। UK ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਆ ਵੀ ਆਪਾਂ ਹਰ ਦੇਸ਼ ਦੇ ਨਾਲ ਵਧੀਆ ਤਾਲੁਕ ਬਣਾ ਕੇ ਰੱਖੀਏ
ਪਰ ਜੇ ਕੁਝ ਗਲਤ ਹੋ ਰਿਹਾ ਆ ਤਾਂ ਉਸ ਨੂੰ ਵੀ ਅਸੀਂ ਉਹਨਾਂ ਦੇ ਅੱਗੇ ਜ਼ਰੂਰ ਪੇਸ਼ ਕਰਦੇ ਹਾਂ ਵੀ ਆਪਾਂ ਇਹ ਕਦਰਾਂ ਕੀਮਤਾਂ ਕੁਝ ਜਿਹੜੀਆਂ ਸਾਂਝੀਆਂ ਹੁੰਦੀਆਂ ਨੇ, ਚਾਹੇ ਉਹ ਧਰਮ ਜਾਂ ਮਜ਼ਹਬ ਦੀ ਗੱਲ ਹੁੰਦੀ ਆ ਵੀ ਹਰ ਇੱਕ ਨੂੰ ਆਪਣੇ ਢੰਗ ਤਰੀਕੇ ਦੇ ਨਾਲ ਜਿਸ ਨੂੰ ਵੀ ਉਹ ਪੂਜਣਾ ਚਾਹੁੰਦੇ ਆ, ਤੁਹਾਨੂੰ ਮੁਬਾਰਕ ਹੋਵੇ, ਜਿਹੜਾ ਤੁਹਾਡਾ ਮਜ਼ਹਬ ਆ ਵਧੀਆ ਕਰੋ। ਪਰ ਤੁਹਾਡਾ ਜਿਹੜਾ ਕਿਸੇ ਦਾ ਵੀ ਜਿਹੜੇ ਕੱਟੜਪੰਥੀ ਹੁੰਦੇ ਨੇ ਉਹਨਾਂ ਦੇ ਨਾਲ ਪ੍ਰਸ਼ਾਸਨ ਜ਼ਰੂਰ ਨਜਿੱਠਦਾ ਵੀ ਜੇ ਉਹ ਕਿਸੇ ਹੋਰ 'ਤੇ ਕੋਈ ਹਮਲਾ ਕਰਦੇ ਨੇ। ਇਹ ਜਿਹੜੀਆਂ ਚੀਜ਼ਾਂ ਜਿਹੜਾ ਹੁਣ ਆਪਾਂ ਜਰਨਲਿਜ਼ਮ ਦੀ ਗੱਲ ਕੀਤੀ ਆ, ਪੱਤਰਕਾਰੀ ਦੀ ਗੱਲ ਕੀਤੀ ਆ, ਜਾਂ ਆਪਾਂ ਜਿਹੜੇ ਅਫਸਰਸ਼ਾਹੀ ਦੀ ਆਪਾਂ ਗੱਲ ਕਰਦੇ ਹਾਂ, ਇਹ ਬਹੁਤ ਜ਼ਰੂਰੀ ਹੁੰਦਾ ਆ ਕਿ ਉਹ ਸਹੀ ਢੰਗ ਤੌਰ ਤਰੀਕੇ ਨਾਲ ਉਹ ਵੀ ਚੱਲੇ ਜੀ। ਅਤੇ ਜਿੱਥੇ ਤੱਕ ਯੂਕੇ ਦਾ ਇਹ ਸਾਡਾ ਦੇਖੋ ਇਹ ਟੀਚਾ ਹੁੰਦਾ ਆ ਵੀ ਆਪਸ 'ਚ ਤਾਲੁਕਾਤ ਵਧਣ, ਆਪਸ 'ਚ ਨਾਲੇ ਜਿਹੜਾ ਵਿਚਾਰ ਅਤੇ ਜਿਹੜਾ ਵਪਾਰ, ਇਹ ਸੰਧੀਆਂ ਇਹਨਾਂ ਦੇ ਵਿੱਚ ਹੋਰ ਵੀ ਮਜ਼ਬੂਤੀ ਪੈਦਾ ਹੋਵੇ। ਅਤੇ ਪਰ ਕਈ ਦਫਾ ਅਲੱਗ-ਅਲੱਗ ਦੇਸ਼ ਅਲੱਗ-ਅਲੱਗ ਸੋਚ ਦੇ ਵੀ ਮਾਲਕ ਹੁੰਦੇ ਨੇ, ਪਰ ਮੈਂ ਸਮਝਦਾ ਹਾਂ ਕਿ ਦੇਖੋ ਇਹ ਹਰ ਦੇਸ਼ ਬਿਹਤਰ ਹੋਣ ਦੀ ਕੋਸ਼ਿਸ਼ ਕਰਦਾ ਹੈ, ਪਰ ਇਹ ਜਿਹੜੇ ਇੰਡੀਆ ਦੇ ਜਿਹੜੇ ਨਿਵਾਸੀ ਨੇ ਇਹ ਤੈਅ ਕਰੂਗੇ ਵੀ ਕਿਹੋ ਜਿਹਾ ਦੇਸ਼ ਇਹ ਚਾਹੁੰਦੇ ਨੇ। ਇਹ ਲੋਕ ਨੇ, ਆਵਾਮ ਨੇ। ਜੇ ਹੁਣ ਆਪਾਂ ਇੱਥੇ ਮੌਸਮ ਦੇ ਬਦਲਾਅ ਦੀ ਗੱਲ ਕਰਦੇ, ਹੁਣ ਇੱਥੇ ਹੜ੍ਹ ਆ ਗਏ ਸੀ ਪੰਜਾਬ 'ਚ, ਸਾਨੂੰ ਦੇਖ ਕੇ ਉੱਥੇ ਬਹੁਤ ਦੁੱਖ ਹੋਇਆ। ਇੱਥੇ ਪਾਕਿਸਤਾਨ ਦੇ ਵਿੱਚ ਵੀ ਉੱਥੇ ਜਿਹੜਾ ਪੰਜਾਬ ਸੀ ਉੱਥੇ ਵੀ ਬਹੁਤ ਲੋਕ ਮਰ ਗਏ, ਅਤੇ ਉਹਨਾਂ ਦੇ ਬਾਰੇ ਜਿੱਥੇ ਅਸੀਂ ਅਫਸੋਸ ਵੀ ਪ੍ਰਗਟ ਕਰਦੇ ਹਾਂ ਜਦੋਂ ਆਪਾਂ ਦੇਖਦੇ ਹਾਂ ਵੀ ਇਹ ਵਾਤਾਵਰਨ ਕਿਸ ਤੇਜ਼ੀ ਦੇ ਨਾਲ ਬਦਲ ਰਿਹਾ ਆ। ਆਪਾਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਹੋਣਾ ਇਹ ਬਹੁਤ ਜ਼ਰੂਰੀ ਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਦੇ ਬਾਰੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਕਿ ਅਸੀਂ ਲੋਕਾਂ ਦਾ ਮਨ, ਉਹਨਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਉਹ ਆਪਣਾ ਵਤੀਰਾ ਬਦਲਣ ਜੀ, ਅਤੇ ਉਹ ਸਮਾਜ ਦੇ ਵਿੱਚ ਕਿਹੋ ਜਿਹੀਆਂ ਆਪਾਂ ਕਦਰਾਂ ਕੀਮਤਾਂ ਕਈ ਦੇਸ਼ਾਂ ਦੇ ਨਾਲ ਸਾਡੀ ਬਣਦੀ ਹੈ, ਕਈਆਂ ਦੇ ਨਾਲ ਨਹੀਂ ਬਣਦੀ। ਹੁਣ ਇਸ ਸਮੇਂ ਰੂਸ ਦੇ ਵਿੱਚ ਜੋ ਉਹਨਾਂ ਨੇ ਹੱਲਾ ਬੋਲਿਆ ਇੱਕ ਆਪਣੇ ਯੂਕਰੇਨ 'ਤੇ, ਉਸ ਕਰਕੇ ਉਹ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਤੁਸੀਂ ਕਿਸੇ ਵੀ ਹੋਰ ਦੇਸ਼ 'ਤੇ ਤੁਹਾਨੂੰ ਹੱਲਾ ਬੋਲਣ ਦਾ ਕੋਈ ਹੱਕ ਨਹੀਂਗਾ। ਇਹ ਜਿਹੜੀ ਮਾਰਾਮਾਰੀ ਜਾਂ ਜੋ ਲੋਕਾਂ ਦੀ ਜਿਹੜੀ ਤਬਾਹੀ ਹੋਈ ਆ, ਜੋ ਮੌਤਾਂ ਹੋਈਆਂ ਨੇ, ਇਹਦੇ ਲਈ ਵੀ ਤੁਸੀਂ ਜ਼ਿੰਮੇਵਾਰ, ਤਾਂ ਇਹ ਤੁਹਾਨੂੰ ਨਹੀਂ ਕਾਰਗੁਜ਼ਾਰੀ ਕਰਨੀ ਚਾਹੀਦੀ। ਪਰ ਕਈ ਦਫਾ ਸੋਚ ਮਿਲਦੀ ਆ, ਕਈ ਦਫਾ ਜਿਹੜਾ ਮੈਂ ਹੁਣ ਇਹ ਉਦਾਹਰਨ ਦਿੱਤਾ ਤੁਹਾਡੀ ਸੋਚ ਨਹੀਂ ਮਿਲਦੀ। ਸੋ ਜੀ, ਜਿਸ ਟਾਈਮ 'ਤੇ ਜਿਸ ਪੋਜੀਸ਼ਨ 'ਤੇ ਇਸ ਸਮੇਂ ਪੰਜਾਬ ਖੜਿਆ, ਤੁਹਾਡੇ ਵਰਗੇ ਜਿਹੜੇ ਪੰਜਾਬੀਜ਼ ਜਿਹੜੇ ਫੋਰਨ ਦੇ ਵਿੱਚ ਨੇ ਜਾਂ ਦੂਜੀਆਂ ਕੰਟਰੀਜ਼ ਦੇ ਵਿੱਚ ਨੇ, ਅਤੇ ਉਹ ਅੱਜ ਪੰਜਾਬ ਨੂੰ ਕਿੱਥੇ ਖੜਾ ਮੰਨਦੇ ਨੇ? ਕਿ ਉਹ ਚਿੰਤਤ ਨੇ ਪੰਜਾਬ ਨੂੰ ਲੈ ਕੇ? ਦੇਖੋ ਇੱਥੇ ਵੀ ਜਿੱਦਾਂ ਪੰਜਾਬ ਦੇ ਵਿੱਚ ਆ, ਪੰਜਾਬੀਆਂ ਦੀ ਅਲੱਗ-ਅਲੱਗ ਸੋਚ ਹੁੰਦੀ ਆ, ਅਲੱਗ-ਅਲੱਗ ਪਾਰਟੀਜ਼ ਦੇ ਨਾਲ ਸੰਬੰਧ ਨੇ। ਕੋਈ ਕਹਿੰਦੇ ਵਧੀਆ ਹੋ ਰਿਹਾ, ਕੋਈ ਕਹਿੰਦੇ ਮਾੜਾ ਹੋ ਰਿਹਾ ਆ, ਕੋਈ ਕਿਸੇ ਸੋਚ ਦਾ ਮਾਲਕ, ਕੋਈ ਕਿਸੇ ਸੋਚ ਦਾ ਮਾਲਕ ਆ। ਉੱਥੇ ਵੀ ਜਿਹੜੀ ਪੰਜਾਬੀ ਭਾਈਚਾਰਾ ਆ, ਉਚੇਚੇ ਤੌਰ 'ਤੇ ਜਿਹੜੇ NRIs ਦੇ ਵਿੱਚ, ਉਹ ਅਲੱਗ-ਅਲੱਗ ਸੋਚ ਦੇ ਮਾਲਕ ਨੇ। ਹੁਣ ਸਾਨੂੰ ਹਰ ਇੱਕ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਆ। ਕੋਈ ਕਿਸੇ ਪਾਰਟੀ ਨਾਲ ਜੋ ਇਸ ਸਮੇਂ ਸਰਕਾਰ ਜਿਹਨਾਂ ਦੀ ਬਣੀ ਹੋਈ ਆ ਉਸ ਪਾਰਟੀ ਦੇ ਨਾਲ ਆ, ਕੋਈ ਕਿਸੇ ਵਿਰੋਧੀ ਪਾਰਟੀਆਂ ਦੇ ਨਾਲ ਆ। ਉਹਨਾਂ ਦੇ ਬਕਾਇਦਾ ਉੱਥੇ ਮੀਟਿੰਗਸ ਵੀ, ਉੱਥੇ ਇਕੱਠ ਵੀ ਕੀਤੇ ਜਾਂਦੇ ਨੇ। ਜਿਹੜੇ ਅਲੱਗ-ਅਲੱਗ ਮੈਂਬਰ ਉਹ ਬੜੇ ਉਤਸ਼ਾਹ ਨਾਲ ਇੱਥੇ ਆ ਕੇ ਫਿਰ ਆਪਣੇ ਸਾਥੀਆਂ ਦਾ, ਆਪਣੇ ਰਿਸ਼ਤੇਦਾਰਾਂ ਦਾ, ਉਹਨਾਂ ਦਾ ਸਾਥ ਦਿੰਦੇ ਨੇ। ਇੱਥੇ ਬਕਾਇਦਾ ਚੋਣਾਂ ਦੇ ਵਿੱਚ ਵੀ ਹਿੱਸਾ ਲੈਂਦੇ ਨੇ। ਕੁਛ ਕਹਿੰਦੇ ਨੇ ਵੀ ਵਧੀਆ ਹੋ ਰਿਹਾ, ਕੁਛ ਕਹਿੰਦੇ ਮਾੜਾ ਹੋ ਰਿਹਾ। ਇਹ ਦੇਖੋ, ਇਹ ਹਰ ਇੱਕ ਨੂੰ ਆਪੋ ਆਪਣੀ ਸੋਚ ਮੁਬਾਰਕ ਹੋਵੇ, ਪਰ ਇਹ ਪੰਜਾਬ ਦੇ ਲੋਕੀ ਹੀ ਤੈਅ ਕਰਨਗੇ ਵੀ ਕਿਹੜੇ ਰਸਤੇ ਪੰਜਾਬੀਆਂ ਨੇ, ਇੱਥੇ ਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਨੇ ਜਾਣਾ ਆ। ਪਰ ਇੱਕ ਗੱਲ ਆ ਜਿਹ ਤੋਂ ਮੈਂ ਪੂਰਾ ਜਿਸ 'ਤੇ ਮੈਂ ਉਹਨਾਂ ਬਾਕੀ ਸਾਰੇ ਵਿਅਕਤੀਆਂ ਨਾਲ ਸਹਿਮਤ ਹਾਂ ਕਿ ਹਰ ਕੋਈ ਪੰਜਾਬ ਦੀ ਬਿਹਤਰੀ ਚਾਹੁੰਦਾ ਆ। ਉਹ ਚਾਹੁੰਦਾ ਆ ਵੀ ਇੱਥੇ ਤੁਸੀਂ ਤਰੱਕੀਆਂ ਦੇ ਰਸਤੇ ਵੱਲ ਨੂੰ ਵਧੋ ਅਤੇ ਇੱਥੇ ਅਮਨ ਸ਼ਾਂਤੀ ਹੋਵੇ, ਅਤੇ ਤੁਹਾਡੇ ਜਿਹੜੇ ਗੁਆਂਢੀ ਮੁਲਕ ਆ ਉਹਨਾਂ ਦੇ ਨਾਲ ਵੀ ਅਮਨ ਸ਼ਾਂਤੀ ਹੋਵੇ। ਅਤੇ ਪਰ ਉੱਥੇ ਕਦਰਾਂ ਕੀਮਤਾਂ, ਜੋ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਆ, ਉਹ ਵੀ ਬਹੁਤ ਲੋਕਾਂ ਲਈ ਬਹੁਤ ਅਹਿਮੀਅਤ ਰੱਖਦੇ ਨੇ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ। ਖਾਸ ਕਰਕੇ ਜਿਹੜੇ ਘੱਟ ਗਿਣਤੀਆਂ ਦੇ ਨਾਲ ਸੰਬੰਧ ਨੇ, ਉਹ ਵਿਅਕਤੀਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਆ, ਕਿਉਂਕਿ ਕਈਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਤੋਂ ਗੁਜ਼ਰਨਾ ਪਿਆ ਆ। ਇੱਥੇ ਆਪਾਂ ਪੰਜਾਬ ਦੇ ਵਿੱਚ ਵੀ ਆਪਾਂ ਕਈ ਦਹਾਕਿਆਂ ਤੋਂ ਕਾਫੀ ਕੁਛ ਜੋ ਹੋਇਆ, ਬਹੁਤ ਸਾਰੇ ਪਰਿਵਾਰਾਂ ਨੂੰ ਬਹੁਤ ਭਾਰੀ ਨੁਕਸਾਨ ਚੁੱਕਣਾ ਪਿਆ, ਕਈਆਂ ਦੀਆਂ ਜਾਨਾਂ ਵੀ ਚਲੇ ਗਈਆਂ। ਇਹ ਬਹੁਤ ਕੁਛ ਉੱਥੇ ਹੋਇਆ। ਸੋ ਉਹਦੇ ਲਈ ਆਪਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਉਹ ਪਿਆਰ ਅਤੇ ਇਤਫਾਕ, ਉਹ ਸਦਭਾਵਨਾ ਤੁਸੀਂ ਕਿੱਦਾਂ ਉਹ ਕਾਇਮ ਕਰਨੀ ਹੈ। ਜੀ, ਸਿੱਖ ਹਮੇਸ਼ਾ ਗੱਲ ਕਰਦੇ ਨੇ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਦੀ ਗੱਲ ਕੀਤੀ ਜਾਂਦੀ ਹੈ, ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਨਿਸ਼ਾਨੀਆਂ ਬਾਹਰ ਰਹਿ ਗਈਆਂ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ। ਕਿ ਸਿੱਖ, ਖਾਸ ਕਰਕੇ ਪੰਜਾਬੀ, ਕਿ ਪੰਜਾਬ ਉਹਨਾਂ ਦੀਆਂ ਇਹਨਾਂ ਨਿਸ਼ਾਨੀਆਂ ਨੂੰ ਲਿਆ ਸਕਦੇ ਨੇ, ਜਾਂ ਫਿਰ ਰਾਜਨੀਤਿਕ ਆਗੂ ਖਾਸ ਕਰਕੇ ਬ੍ਰਿਟਨ ਦੇ ਕਿੰਨਾ ਕੁ ਐਫਰਟ ਇਸ ਵਾਸਤੇ ਕਰ ਸਕਦੇ ਨੇ? ਜੀ ਦੇਖੋ, ਇਹਦੇ ਬਾਰੇ ਵੀ ਅਲੱਗ-ਅਲੱਗ ਸੋਚ ਆ ਉੱਥੇ ਵਿਅਕਤੀਆਂ ਦੀ। ਜਦੋਂ ਮੈਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦਾ ਹਾਂ
ਕਈ ਲੋਕੀ ਸੋਚਦੇ ਆ ਵੀ ਜਿਹੜੇ ਦੇਖੋ ਜਿਹੜੀਆਂ ਇੱਥੇ ਜਿਹੜੀਆਂ ਕਈ ਚੀਜ਼ਾਂ ਨੇ ਅਨਮੋਲ ਜਿਹੜੇ ਰਤਨ ਆ ਉਹ ਵਸਤੂਆਂ ਉਹਨਾਂ ਦੇ ਸਹੀ ਤਰੀਕੇ ਨਾਲ ਸੇਵਾ ਸੰਭਾਲ ਨਹੀਂ ਹੋਈ ਜਾਂ ਨਹੀਂ ਹੋ ਰਹੀ। ਕੁਝ ਲੋਕੀ ਕਹਿ ਰਹੇ ਨੇ ਵੀ ਜਿਹੜੀਆਂ ਇੱਥੇ ਇਮਾਰਤਾਂ ਨੇ ਜਿਹੜੇ ਉਹ ਪੁਰਾਣੇ ਮਹਿਲ ਨੇ ਉਹ ਢਾਂਚਾ ਵਿਖਰ ਰਿਹਾ ਉਹਦੇ ਬਾਰੇ ਕਿਉਂ ਨਹੀਂ ਕੁਝ ਕੀਤਾ ਜਾ ਰਿਹਾ। ਕਈ ਵਾਰੀ ਕਈ ਲੋਕੀ ਕਿੰਤੂ ਪਰੰਤੂ ਵੀ ਕਰਦੇ ਨੇ ਕਿ ਕਿਸੇ ਇੱਕ ਇਮਾਰਤ ਦਾ ਕੋਈ ਪੁਰਾਣੇ ਇਤਿਹਾਸਿਕ ਗੁਰਦੁਆਰੇ ਦਾ ਜਾਂ ਕੋਈ ਪੁਰਾਣੇ ਕਿਲੇ ਦਾ ਜਾਂ ਜਲਿਆਂਵਾਲੇ ਬਾਗ ਦਾ ਜਾਂ ਹੋਰ ਜਿਹੜੀਆਂ ਚੀਜ਼ਾਂ ਇਮਾਰਤਾਂ ਨੇ ਉਹਨਾਂ ਦੀ ਜਦੋਂ ਮੁਰੰਮਤ ਹੋਈ ਜਾਂ ਉਹ ਕਈ ਉਸ ਤੋਂ ਵੀ ਨਹੀਂ ਖੁਸ਼ ਵੀ ਇਹ ਤੁਸੀਂ ਪੁਰਾਣਾ ਇਤਿਹਾਸ ਸਹੀ ਤਰੀਕੇ ਨਾਲ ਨਹੀਂ ਸਾਂਭਿਆ। ਸੋ ਇਸ ਕਰਕੇ ਜਿਹੜੇ ਉੱਥੇ ਬਾਹਰ ਵੀ ਰਹਿੰਦੇ ਨੇ ਕਈ ਲੋਕੀ ਕਹਿੰਦੇ ਨੇ ਵੀ ਜਿਹੜੀਆਂ ਇਹ ਚੀਜ਼ਾਂ ਆ ਵੀ ਆਪਾਂ ਜਿਹੜੇ ਪੰਜਾਬੀ ਆਪਾਂ ਇੱਥੇ ਖਰੀਦੀਏ ਵੀ ਇਹ ਕਿਸੇ ਹੋਰ ਦੇ ਹੱਥ 'ਚ ਨਹੀਂ ਜਾਣੀਆਂ ਚਾਹੀਦੀਆਂ ਵੀ ਉੱਧਰ ਕੋਈ ਵੀ ਇਹੋ ਜਿਹਾ ਵਿਅਕਤੀ ਜਿਹਨੂੰ ਕੋਈ ਉਸ ਗੱਲ ਦੀ ਕਦਰ ਹੀ ਨਹੀਂ ਹੈਗੀ। ਸੋ ਉੱਥੇ ਬਹੁਤ ਸਾਰੇ ਪ੍ਰਾਈਵੇਟ ਕਲੈਕਟਰਸ ਵੀ ਨੇ ਉਹ ਉੱਥੇ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਖਰੀਦ ਕੇ ਤਾਂ ਉਹ ਪਬਲਿਕ ਡਿਸਪਲੇ ਜਿਹੜੀ ਨੁਮਾਇਸ਼ ਉਸਦੀ ਕਰ ਦਿੰਦੇ ਤਾਂ ਕਿ ਹਰ ਕੋਈ ਉੱਥੇ ਦੇਖ ਵੀ ਸਕੇ। ਮੈਨੂੰ ਪਤਾ ਚਾਹੇ ਉਹ ਕੈਨੇਡਾ ਅਮਰੀਕਾ ਦੇ ਵਿੱਚ UK ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਇਹ ਵੀ ਉਹ ਕੋਸ਼ਿਸ਼ਾਂ ਹੋ ਰਹੀਆਂ ਵੀ ਆਪਾਂ ਅਲੱਗ-ਅਲੱਗ ਜਿਹੜੇ ਅਜਾਇਬ ਘਰ ਬਣਾਏ ਜਾਣ ਮਿਊਜ਼ੀਅਮ ਜਿੱਥੇ ਵਿੱਚ ਉਹ ਚੀਜ਼ਾਂ ਉੱਥੇ ਉਹਨਾਂ ਦੀ ਪ੍ਰਦਰਸ਼ਨੀ ਹੋਵੇ ਤਾਂ ਕਿ ਦੁਨੀਆ ਭਰ ਤੋਂ ਲੋਕ ਉੱਥੇ ਆ ਕੇ ਦੇਖ ਸਕਣ। ਕਈ ਵਿਅਕਤੀ ਇਹ ਸਮਝਦੇ ਨੇ ਕਿ ਉਹ ਚੀਜ਼ਾਂ ਦੀ ਆਪਾਂ ਸੇਵਾ ਸੰਭਾਲ ਉੱਥੇ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਕਈ ਲੋਕਾਂ ਦੀ ਇਹ ਸੋਚ ਹੈ ਵੀ ਨਹੀਂ ਇਹਨਾਂ ਨੂੰ ਉੱਥੇ ਇੰਡੀਆ ਜਾਂ ਪਾਕਿਸਤਾਨ ਜਾਂ ਜਿੱਥੇ ਹੋਰ ਦੇਸ਼ਾਂ 'ਚ ਭੇਜਣਾ ਚਾਹੀਦਾ ਆ। ਸੋ ਇਸ ਤਰੀਕੇ ਨਾਲ ਇਹ ਹੁਣ ਮੈਂ ਸਮਝਦਾ ਕਿ ਸ਼ਾਇਦ ਤੁਸੀਂ ਜਾ ਪਾਓ ਇਸ ਗੱਲ ਨੂੰ ਵੀ ਇਹ ਕਾਫੀ ਇਹ ਜਿੰਨੀ ਆਪਾਂ ਸੋਚਦੇ ਹਾਂ ਵੀ ਇਹ ਸਿੱਧੀ ਸਾਦੀ ਗੱਲ ਆ ਉਨੀ ਨਹੀਂ ਹੈ ਨਹੀਂ ਕਰਕੇ ਇਹਦੇ ਬਾਰੇ ਵੀ ਅਲੱਗ-ਅਲੱਗ ਸੋਚ ਹੈਗੀ। ਤਾਂ ਉਹ ਲੋਕੀ ਜਿਹੜੀ ਇਹ ਸੋਚ ਉਹ ਸਹੀ ਕਾਰਨਾਂ ਕਰਕੇ ਮੈਂ ਸਮਝਦਾ ਵੀ ਉਹ ਹਰ ਇੱਕ ਦੀ ਗੱਲ 'ਚ ਵਜਨ ਹੈਗਾ ਆ। ਕਈ ਜਿਹੜੇ ਇੱਥੇ ਵਿੱਚ ਭੇਜਣ ਨੂੰ ਵੀ ਕਰਦੇ ਨੇ, ਕਈ ਜਿਹੜੇ ਕਹਿੰਦੇ ਨੇ ਵੀ ਹੋਰ ਕਿਸੇ ਗੁਆਂਢੀ ਮੁਲਕ 'ਚ ਹੋਣੀ ਚਾਹੀਦਾ, ਕੋਈ ਕਹਿੰਦਾ ਸਾਡੇ ਮੁਲਕ 'ਚ ਹੋਣਾ, ਕੋਈ ਕਹਿੰਦਾ ਉਸ ਮੁਲਕ 'ਚ ਹੋਣੀ ਚਾਹੀਦੀ ਆ, ਕਈ ਕਹਿੰਦੇ ਪ੍ਰਾਈਵੇਟ ਕਲੈਕਟਰਸ ਕੋਲ ਹੋਣੀ ਚਾਹੀਦੀ ਆ। ਜਿਵੇਂ ਤੁਹਾਨੂੰ ਪੁੱਛਾਂ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਆਉਣੀਆਂ ਚਾਹੀਦੀਆਂ ਪੰਜਾਬ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਜਿੱਥੇ ਨੇ ਉੱਥੇ ਹੀ ਪ੍ਰੀਜ਼ਰਵ ਵਧੀਆ ਤਰੀਕੇ ਦੇ ਨਾਲ? ਜੀ ਦੇਖੋ ਸੇਵਾ ਸੰਭਾਲ ਜੇ ਸਹੀ ਤਰੀਕੇ ਨਾਲ ਹੋਵੇ ਮੈਨੂੰ ਤਾਂ ਇਹ ਆ ਵੀ ਜਿੱਥੇ ਵੀ ਹੋਣ ਉਹ ਚੀਜ਼ਾਂ ਆਮ ਵਿਅਕਤੀ ਦੇਖ ਸਕੇ, ਉਹਦੀ ਪ੍ਰਦਰਸ਼ਨੀ ਹੋਵੇ। ਜਿਹੜੀਆਂ ਕਈ ਇਤਿਹਾਸਿਕ ਜਿਹੜੀਆਂ ਪੁਸਤਕਾਂ ਨੇ ਇਤਿਹਾਸਿਕ ਜਿਹੜੇ ਕਈ ਗ੍ਰੰਥ ਨੇ ਉਹਨਾਂ ਦੀ ਸੇਵਾ ਸੰਭਾਲ ਉਹਨਾਂ ਦੀ ਡਿਜੀਟਲਾਈਜੇਸ਼ਨ ਕਿੱਦਾਂ ਹੋਣੀ ਇਹ ਬਹੁਤ ਸਾਰਾ ਲੋਕੀ ਉੱਥੇ ਕਰੋੜਾਂ ਪਾਉਂਡ ਉੱਥੇ ਡਾਲਰਸ ਖਰਚੇ ਜਾ ਰਹੇ ਨੇ ਤਾਂ ਕਿ ਇਹ ਸਾਰੀਆਂ ਚੀਜ਼ਾਂ ਆਪਾਂ ਸੇਵਾ ਸੰਭਾਲ ਇਹਨਾਂ ਦੀ ਕਰ ਸਕੀਏ। ਉਹ ਕੋਈ ਵੀ ਜਿਹੜੀ ਚੀਜ਼ ਆ ਉਹਨੂੰ 3D ਦੇ ਵਿੱਚ ਦਿਖਾਉਣ ਨੂੰ ਉਹ ਵੀ ਦੁਨੀਆ ਪਰ ਜਿੱਥੇ ਵੀ ਆ ਵਿਅਕਤੀ ਉਹ ਦੇਖ ਸਕਣ, ਉਹ ਚੀਜ਼ਾਂ ਗਵਾਚ ਨਾ ਜਾਣ, ਇਹ ਜ਼ਰੂਰੀ ਆ। ਨਾ ਕਿ ਉਹ ਕਿੱਥੇ ਕਦੋਂ ਹੁੰਦੀਆਂ ਨੇ, ਕਿਉਂਕਿ ਕਈ ਦਫਾ ਜਿਸ ਇਲਾਕੇ 'ਚ ਕਈ ਵਾਰੀ ਹੁੰਦੀਆਂ ਵੀ ਆ ਉਹ ਵਿਅਕਤੀ ਹੀ ਨਹੀਂ ਉਹ ਆਪਣੀ ਵਿਰਾਸਤ ਸਾਂਭ ਪਾਉਂਦੇ। ਬਿਲਕੁਲ। ਸੋ ਇਹ ਆ ਸੋਚ। ਅਸੀਂ ਜਦੋਂ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਤਾਂ ਤੁਸੀਂ ਕਿਹਾ ਇਹ ਮੇਰੀ ਪਰਸਨਲ ਜੀ ਵਿਜ਼ਿਟ ਸੀ, ਮੈਨੂੰ ਆਏ ਸੀ ਫੈਮਿਲੀ ਦੇ ਨਾਲ ਸਮਾਂ ਬਤੀਤ ਕਰੂੰਗਾ। ਇਹ ਦੇਖੋ ਇਹ ਤਾਂ ਮੈਂ ਤਾਂ ਐਤਕੀ ਕਿਸੇ ਨੂੰ ਦੱਸਿਆ ਵੀ ਨਹੀਂ ਸੀ। ਮੈਂ ਤਾਂ ਆਪਣੇ ਚਾਚਾ ਜੀ ਪਰਮਜੀਤ ਸਿੰਘ ਜੀ ਉਹਨਾਂ ਨੂੰ ਵੀ ਕਿਹਾ ਸੀ, ਮੈਂ ਕਿਹਾ ਐਤਕੀ ਦੇਖੋ ਆਪਾਂ ਇਹ ਜ਼ਿਆਦਾਤਰ ਇਹ ਨਿੱਜੀ ਫੇਰੀ ਆਪਣੀ ਮੈਂ ਜੇ ਬਾਅਦ 'ਚੋਂ 1-2 ਦਿਨ ਹੋਏ ਤਾਂ ਆਪਣੇ ਜਿਹੜੇ ਆਪਣੇ ਮੀਡੀਆ ਦੇ ਸੱਜਣ ਮਿੱਤਰ ਆ ਜੋ ਚਾਹੁੰਦੇ ਹੁੰਦੇ ਆ ਵੀ ਆਪਾਂ ਇੰਟਰਵਿਊ ਕਰੀਏ ਆਪਾਂ ਉਹਨਾਂ ਨੂੰ ਵੀ ਥੋੜ੍ਹਾ ਸਮਾਂ ਦੇਵਾਂਗੇ। ਆਪਾਂ ਜਿਹੜੇ ਚੁਣੇ ਹੋਏ ਨੁਮਾਇੰਦੇ ਹੋਣ ਕਰਕੇ ਇਹ ਮੈਨੂੰ ਪਤਾ ਵੀ ਕੁਛ ਜਿਹੜਾ ਮੇਰਾ ਸਮਾਂ ਹੁੰਦਾ ਆ ਉਹ ਭਾਵੇਂ ਨਿੱਜੀ ਫੇਰੀ ਹੋਵੇ ਜਿੱਦਾਂ ਕਹਿੰਦੇ ਛੁੱਟੀਆਂ 'ਤੇ ਹੋਲੀਡੇਜ਼ 'ਤੇ ਆਏ ਹੋਏ ਆ ਬੱਚਿਆਂ ਦੇ ਨਾਲ, ਉਹਦੇ ਬਾਵਜੂਦ ਵੀ ਕਈ ਵਾਰੀ ਇਹ ਜਿਹੜੀਆਂ ਜ਼ਿੰਮੇਵਾਰੀਆਂ ਇਹ ਹੁੰਦੀਆਂ ਨੇ ਔਰ ਉਸ ਗੱਲ ਨੂੰ ਮੈਂ ਅਹਿਸਾਸ ਵੀ ਕਰਦਾ ਹਾਂ ਕਿ ਉਹ ਇੱਥੇ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ ਚਾਹੇ ਉਹ ਮਾਣਯੋਗ ਮੁੱਖ ਮੰਤਰੀ ਸਾਹਿਬ ਹੋਣ ਸਮੇਂ ਦੇ ਚਾਹੇ ਉਹ ਵਿਰੋਧੀ ਧਿਰ ਹੋਵੇ, ਅਲੱਗ-ਅਲੱਗ ਵਿਅਕਤੀਆਂ ਦੇ ਨਾਲ ਵਾਰਤਾਲਾਪ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਾਡੇ ਵਰਗੇ ਜੋ ਉੱਥੇ ਐਨਾਲਾਈਜ਼ ਦੀਆਂ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਉਹ ਦਰਪੇਸ਼ ਮੁਸ਼ਕਿਲ ਚਾਹੇ ਉਹ ਜ਼ਮੀਨੀ ਜਿਹੜੇ ਕਬਜ਼ੇ ਹੁੰਦੇ ਨੇ, ਚਾਹੇ ਉਹ ਜ਼ਮੀਨਾਂ ਦੇ ਝਗੜੇ ਹੁੰਦੇ ਨੇ, ਚਾਹੇ ਉਹ ਸਿੱਧੀਆਂ ਉਡਾਨਾਂ ਕਿਉਂ ਹੋਣੀਆਂ ਚਾਹੀਦੀਆਂ, ਵਪਾਰ ਕਿੱਦਾਂ ਵਧਾਉਣਾ ਚਾਹੀਦਾ ਆ, ਇੱਥੇ ਸੈਰ ਸਪਾਟਾ ਕਿੱਦਾਂ ਆਪਾਂ ਵਧਾ ਸਕਦੇ ਹਾਂ, ਇਹ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਜਿਹੜੇ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਹੁੰਦੀਆਂ ਨੇ, ਚਾਹੇ ਜਿਹੜੇ ਸਿਆਸੀ ਕੈਦੀਆਂ ਦਾ ਮੁੱਦਾ ਮੈਂ ਪਿਛਲੀ ਦਫਾ ਉਠਾਇਆ ਸੀ, ਜਿਹੜੇ ਉਦੋਂ ਜਗਤਾਰ ਸਿੰਘ ਜੌਹਲ ਹੋਣ ਦਾ ਮਸਲਾ ਸੀਗਾ ਉਹ ਵੀ ਉਠਾਇਆ ਗਿਆ ਸੀ, ਜਿਹੜਾ ਬਰਤਾਨਵੀ ਨਾਗਰਿਕ ਇੱਥੇ ਸੀ। ਉਹ ਦੇਖੋ ਇਸ ਸਮੇਂ-ਸਮੇਂ ਜਿਹੜੇ ਅਲੱਗ-ਅਲੱਗ ਮਸਲੇ ਜੇ ਆਪਾਂ ਉਹਦੇ ਬਾਰੇ ਗੱਲਬਾਤ ਨਹੀਂ ਕਰਦੇ ਤਾਂ ਆਪਾਂ ਉਹਨਾਂ ਦੇ ਹੱਲ ਨਹੀਂ ਕੱਢ ਪਾਉਂਦੇ। ਸੋ ਇਹ ਤਾਂ ਜਿੱਦਾਂ ਆਪਾਂ ਨੂੰ ਸਮਝਾਉਂਦੇ ਹੁੰਦੇ ਆ ਲੋਕ ਜਿਹੜੇ ਸਿਆਣੇ ਵੀ ਆ ਜਗਰੂ ਸਾਹਿਬ ਵੀ ਕੁਛ ਸੁਣੀਏ ਤਾਂ ਕੁਛ ਕਹੀਏ ਵੀ ਇਹ ਤਾਂ ਗੱਡੀ ਰੁੜਦੀ ਹੁੰਦੀ ਹੈ। ਸੋ ਉਹਦੀ ਵੀ ਮੈਨੂੰ ਇਲਮ ਆ, ਪਰ ਇਹ ਮੈਨੂੰ ਤਾਂ ਚਲੋ ਇਹ ਤਾਂ ਕੁਛ ਪਤਾ ਵੀ ਨਹੀਂ ਸੀਗਾ ਵੀ ਐਤਕੀ ਉੱਥੇ ਏਅਰਪੋਰਟ 'ਤੇ ਬੈਠੇ ਹੀ ਸਾਰੇ ਪਾਸੇ ਖਲਾਰਾ ਪੈ ਜਾਣਾ ਵੀ ਸਾਰੇ ਪਾਸੇ ਖਬਰ ਪਤਾ ਲੱਗੀ। ਮੈਨੂੰ ਜਦੋਂ ਫੋਨ ਖੜਕਣ ਲੱਗ ਪਿਆ ਉਹ ਵੀ ਹੋਰਾਂ ਨੂੰ ਪਤਾ ਲੱਗਣ ਲੱਗ ਪਿਆ ਉਹ ਸਾਨੂੰ ਆਹ ਹੁਣੀ ਅਸੀਂ TV 'ਤੇ ਦੇਖਿਆ ਹੁਣੀ ਆ ਸੋਸ਼ਲ ਮੀਡੀਆ 'ਤੇ ਪੜ੍ਹਿਆ ਹੁਣੀ ਅਖਬਾਰ 'ਚ ਪੜ੍ਹਿਆ, ਇਹ ਗੱਲ ਸੱਚ ਹੈ ਜਿਹਦਾ ਉਹ ਆਪਣੇ ਆਪ ਹੀ
ਜਿਹੜੀ ਚੀਜ਼ ਅਸੀਂ ਰਾਜ਼ ਰੱਖਿਆ ਸੀਗਾ ਉਹ ਤਾਂ ਜ਼ਿਆਦਾ ਸਮਾਂ ਨਹੀਂ ਲੱਗਿਆ, ਉਹ ਸਭ ਭਈ ਬੇਨਕਾਬ ਹੋ ਗਿਆ। ਜੀ ਤੁਸੀਂ ਮੁਲਾਕਾਤ ਦੀ ਗੱਲ ਕਰ ਰਹੀ ਸੀ ਲਾਸਟ ਟਾਈਮ ਜਦੋਂ ਤੁਸੀਂ ਇੰਡੀਆ ਆਏ ਹੋ, ਪੰਜਾਬ ਆਏ ਹੋ, ਉਦੋਂ ਤੁਸੀਂ ਭਗਵੰਤ ਮਾਨ ਹੋਣਾ ਨੂੰ ਵੀ ਮਿਲੇ ਹੋ, ਉਹ ਵੀ ਤੁਹਾਡੀ ਮਿਲਣੀ ਕਾਫੀ ਵਿਵਾਦਾਂ ਦੇ ਵਿੱਚ ਰਹੀ ਸੀ। ਕੀ ਕੁਝ ਗੱਲਾਂ ਬਾਤਾਂ ਉਸ ਦੌਰਾਨ ਹੋਈਆਂ ਸੀ? ਦੇਖੋ ਜੀ, ਆਪਾਂ ਤਾਂ ਬੜੇ ਪਿਆਰ ਨਾਲ ਮਿਲੇ, ਉਹਨਾਂ ਨੇ ਵੀ ਬੜੇ ਪਿਆਰ ਨਾਲ ਸਲੀਕੇ ਦੇ ਨਾਲ ਸਾਰੀਆਂ ਗੱਲਾਂ ਸੁਣੀਆਂ। ਇਹ ਜਿਹੜੇ ਅਲੱਗ-ਅਲੱਗ ਜਿਹੜੇ NRIs ਦੇ ਜਿਹੜੇ ਪੰਜਾਬੀਆਂ ਦੇ ਮਸਲੇ ਸੀ, ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੁਣਿਆ। ਮੈਂ ਉਹਨਾਂ ਦਾ ਵੀ ਧੰਨਵਾਦ ਉਦੋਂ ਕੀਤਾ। ਤਾਂ ਮੈਂ ਉਦੋਂ ਇਹ ਵੀ ਗੱਲ ਆਖੀ ਸੀ, ਉਦੋਂ ਸ਼ਾਇਦ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਗੱਲ ਆਖੀ ਸੀ, ਮੈਨੂੰ ਬਹੁਤ ਚੰਗਾ ਲੱਗਾ ਜਿਸ ਤਰੀਕੇ ਨਾਲ ਉਹ ਬਾਹਰ ਵੀ ਲੈ ਕੇ ਗਏ, ਮੈਂ ਮਾਣ ਨਵਾਜ਼ੀ ਕੀਤੀ ਤੇ ਸਾਡੀਆਂ ਗੱਲਾਂ ਵੀ ਸੁਣੀਆਂ। ਤਾਂ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਚਾਹੇ ਉਹ ਸਿੱਧੀਆਂ ਉਡਾਨਾਂ ਹੈ, ਚਾਹੇ ਜਿਹੜੇ ਜ਼ਮੀਨੀ ਝਗੜੇ ਨੇ, ਵੀ ਅਸੀਂ ਜਿਹੜਾ ਮੈਂ ਪ੍ਰਸ਼ਾਸਨ ਨੂੰ ਅਸੀਂ ਜੇ ਕੋਈ ਕਮੀ ਪੇਸ਼ੀ ਆ ਉਹ ਸੁਲਝਾਉਣ ਦੀ ਕੋਸ਼ਿਸ਼ ਕਰੂੰਗੇ। ਸੋ ਇਹ ਦੇਖੋ, ਵਿਵਾਦ ਤਾਂ ਜਿਨ੍ਹਾਂ ਨੇ ਵਿਵਾਦ ਬਣਾਉਣੇ ਹੁੰਦੇ ਆ ਉਹ ਤਾਂ ਹਟਦੇ ਨੇ। ਸਾਡਾ ਤਾਂ ਮੈਂ ਕਿਹਾ ਮਨੁੱਖੀ ਅਧਿਕਾਰਾਂ ਦੀ ਵੀ ਗੱਲ ਕਰਦੇ ਆ, ਕੋਈ ਕਹਿੰਦਾ ਜੀ ਇਹ ਐਂਟੀ ਫਲਾਣਾ ਆ, ਉਹ ਫਲਾਣਾ ਧਮਕੜਾ, ਇਹ ਤਾਂ ਚੱਲਦਾ ਰਹਿੰਦਾ। ਇਹ ਤਾਂ ਤੁਸੀਂ ਇਹਨੇ ਵੋਕਲ ਹੋ, ਜਦੋਂ ਤੁਸੀਂ ਵੋਕਲ ਹੋ ਕੇ ਖੁੱਲ ਕੇ ਆਪਦੀ ਗੱਲ ਪਾਰਲੀਮੈਂਟ ਦੇ ਵਿੱਚ ਰੱਖਦੇ ਹੋ, ਤਾਂ ਜਿਹੜੇ ਤੁਹਾਡੇ ਸਾਥੀ MPs ਹੁੰਦੇ ਨੇ ਜਾਂ ਉੱਥੋਂ ਦੀ ਲੋਕਲ ਆਵਾਮ ਹੁੰਦੀ ਹੈ, ਉਹਦਾ ਕਿਹੋ ਜਿਹਾ ਰਿਸਪੌਂਸ ਰਹਿੰਦਾ? ਕਿ ਉਹ ਸੁਹਿਰਦਤਾ ਦੇ ਨਾਲ ਤੁਹਾਡੇ ਮੁੱਦਿਆਂ ਨੂੰ ਲੈਂਦੇ ਨੇ? ਉਹ ਦੇਖੋ, ਜੇ ਤੁਸੀਂ ਪੜ੍ਹ ਲਿਖ ਕੇ ਖੋਜ ਕਰਕੇ ਉੱਥੇ ਪਾਰਲੀਮੈਂਟ ਦੇ ਵਿੱਚ ਜਾਂਦੇ ਆ ਤਾਂ ਬੇਬਾਕ ਤਰੀਕੇ ਨਾਲ ਬੋਲਦੇ ਆ। ਲੋਕੀ ਵੀ ਉੱਥੇ ਆ ਬਹੁਤ ਸਿਆਣੇ ਆ, ਉਹ ਚਾਹੇ ਉਹ ਮੈਂਬਰਸ ਆਫ ਪਾਰਲੀਮੈਂਟ ਨੇ ਚਾਹੇ ਆਵਾਮ ਦੇ ਵਿੱਚ, ਉਹ ਨਾਪ ਤੋਲ ਲੈਂਦੇ ਆ। ਸੋ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਦੇਖੋ, ਉੱਥੇ ਵੀ ਕਈ ਅਖਬਾਰਾਂ ਸਾਡੇ ਹੱਕ ਦੇ ਵਿੱਚ ਆ, ਲੇਬਰ ਪਾਰਟੀ ਦੇ ਹੱਕ ਦੇ ਵਿੱਚ ਆ, ਕਈ ਚਾਹੁੰਦੇ ਆ ਸਾਡੀ ਸਰਕਾਰ ਆਵੇ, ਰੱਬ ਕਰੇ ਅਗਲੇ ਸਾਲ ਆ ਜੂਗੀ, ਤੇ ਕਈ ਲੋਕੀ ਸਾਡੇ ਵਿਰੋਧੀ ਹੁੰਦੇ ਨੇ, ਉਹਨਾਂ ਨੂੰ ਨਹੀਂ ਉਹ ਗੱਲਾਂ ਪਚਦੀਆਂ। ਪਰ ਕਈ ਜਿਹੜੀਆਂ ਅਖਬਾਰਾਂ ਵੀ ਹੁੰਦੀਆਂ, ਉਹਨਾਂ ਨੇ ਤੋੜ ਮਰੋੜ ਕੇ ਖਿਲਾਫ ਖਬਰ ਲਾਉਣੀ ਹੁੰਦੀ ਆ। ਪਰ ਅੱਜ ਕੱਲ੍ਹ ਜੋ ਮੈਨੂੰ ਸਭ ਤੋਂ ਵਧੀਆ ਤਰੀਕਾ ਇਹ ਲੱਗਦਾ, ਜਿਹੜਾ ਸੋਸ਼ਲ ਮੀਡੀਆ ਦੇ ਯੁੱਗ 'ਚ ਮੈਂ ਤਦੀ ਜਿਹੜੇ ਤਕਰੀਬਨ ਹਰ ਕੋਈ ਜਿਹੜਾ ਪਲੇਟਫਾਰਮ ਆ, ਫੇਸਬੁੱਕ ਆ, ਟਵਿੱਟਰ ਆ, ਇੰਸਟਾਗ੍ਰਾਮ ਆ, YouTube ਚੈਨਲ ਆ, ਟਿਕਟੋਕ ਆ, ਹੁਣ ਜਿਹੜਾ ਥਰੈਡਸ ਨਵਾਂ ਆ ਉਹ 'ਚ ਵੀ ਆਪਾਂ ਅਕਾਊਂਟ ਟੀਮ ਨੇ ਬਣਾ ਲਿਆ ਉਹਦੇ। ਸੋ ਉਹ ਜਿਹੜਾ ਢੇਸੀ ਜਿਹੜਾ ਆਪਣਾ ਉਹ ਪਲੇਟਫਾਰਮ ਨੇ ਅਲੱਗ-ਅਲੱਗ, ਉਹ ਜਿਹੜਾ ਵੀ ਵਿਅਕਤੀ ਅੱਜ ਕੱਲ੍ਹ ਜ਼ਿਆਦਾ ਉਹ ਖਬਰਾਂ ਉੱਥੋਂ ਲੈਂਦਾ। ਹੁਣ ਜੇ ਤੁਸੀਂ ਜ਼ਿਕਰ ਕੀਤਾ ਕਿ ਇੱਥੇ ਜਿਹੜੇ ਅਲੱਗ-ਅਲੱਗ ਜਿਹੜੇ ਭਾਸ਼ਣ ਜਾਂ ਤਕਰੀਰਾਂ ਹੁੰਦੀਆਂ ਹੈ ਉਹ ਇੱਥੇ ਤੱਕ ਪਹੁੰਚਦੀਆਂ ਨੇ, ਉਹ ਲੋਕਾਂ ਨੂੰ ਜੇ ਮੈਂ ਕਿਸਾਨ ਮੋਰਚੇ ਬਾਰੇ ਕੁਛ ਕਿਹਾ ਜਾਂ ਇੰਡੀਆ ਦੇ ਬਾਰੇ ਕੁਛ ਕਿਹਾ ਜਾਂ ਪਾਕਿਸਤਾਨ ਬਾਰੇ ਕੁਛ ਕਿਹਾ ਜਾਂ ਚਾਈਨਾ ਬਾਰੇ ਕਿਹਾ ਜਾਂ ਉੱਥੇ ਚਾਈਨਾ ਨੂੰ ਆੜੇ ਹੱਥ ਲਿਆ ਜਾਂ ਰੂਸ ਨੂੰ ਆੜੇ ਹੱਥ ਲਿਆ ਜਾਂ ਹੋਰ, ਉਹ ਚੀਜ਼ਾਂ ਉਹ ਖੁਦ ਦੇਖ ਸਕਦੇ ਨੇ। ਤਾਂ ਉਹ ਖੁਦ ਆਪਣਾ ਮਨ ਬਣਾ ਸਕਦੇ ਆ ਵੀ ਇਹ ਬੰਦਾ ਕੀ ਕਹਿ ਰਿਹਾ ਆ, ਇਹ ਸਹੀ ਆ ਜਾਂ ਗਲਤ ਆ। ਇਹ ਜੇ ਤੁਸੀਂ ਸਬੂਤ ਦੇ ਨਾਲ ਸਲੀਕੇ ਤਰੀਕੇ ਦੇ ਨਾਲ ਗੱਲ ਕਰਦੇ ਆ, ਉਹ ਜ਼ਿਆਦਾਤਰ ਲੋਕਾਂ ਨੂੰ ਪਸੰਦ ਮੈਂ ਸਮਝਦਾ ਵੀ ਆਉਂਦੀ ਆ। ਤਾਂ ਉਹ ਤਦੀ ਉਹ ਇੰਨਾ ਪਿਆਰ ਉੱਥੇ ਬਖਸ਼ਦੇ ਨੇ। ਪਰ ਸੁੱਖ ਨਾਲ ਸਾਡੇ ਕਈ ਟਰੋਲ ਵੀ ਨੇ। ਤੁਹਾਨੂੰ ਵੀ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜਿਹੜਾ ਤੁਸੀਂ ਤਾਬੜਤੋੜ ਹਮਲੇ ਕਰਦੇ ਰਹਿੰਦੇ ਆ। ਤੁਹਾਡੇ ਕਰਕੇ ਜਿਹੜੇ ਸਾਡੇ ਸਮਰਥਕ ਆ ਉਹ ਵੀ ਐਨ ਡਟ ਕੇ ਜਿਹੜਾ ਪਹਿਰਾ ਦਿੰਦੇ ਆ। ਪਰ ਦੇਖੋ ਅਸਲ ਵਿੱਚ ਜਿਹੜੇ ਸਮਰਥਕ ਆ ਉਹਨਾਂ ਤੋਂ ਮੈਂ ਦੇਣਾ ਨਹੀਂ ਦੇ ਸਕਦਾ, ਜਿਹੜਾ ਉਹ ਉਤਸ਼ਾਹ ਉਹਨਾਂ ਤੋਂ ਮੈਨੂੰ ਮਿਲਦਾ, ਬਹੁਤ ਤਾਕਤ ਮਿਲਦੀ ਆ। ਕਿਉਂਕਿ ਕਈ ਦਫਾ ਇਹ ਪੇਸ਼ਾ ਇੱਦਾਂ ਦਾ ਆ ਕਿ ਤੁਹਾਨੂੰ ਕਈ ਜਗ੍ਹਾ ਤੋਂ ਜਦੋਂ ਹਮਲੇ ਹੁੰਦੇ ਤਾਂ ਕਈ ਵਿਅਕਤੀ ਉਹ ਟੁੱਟ ਵੀ ਸਕਦੇ ਨੇ, ਉਹ ਢਹਿ-ਢੇਰੀ ਵੀ ਹੋ ਸਕਦੇ ਆ। ਪਰ ਜਦੋਂ ਤੁਹਾਨੂੰ ਪਤਾ ਹੁੰਦਾ ਵੀ ਤੁਹਾਡੇ ਪਿੱਛੇ ਵੀ 4 ਬੰਦੇ ਖੜੇ ਆ, ਜਿੱਦਾਂ ਕਹਿੰਦੇ ਹੁੰਦੇ ਆਪਾਂ ਪੰਜਾਬੀ 'ਚ ਕਹਾਵਤ ਆ, ਤੁਹਾਨੂੰ ਉਹ ਤੋਂ ਹੌਸਲਾ ਮਿਲਦਾ ਵੀ ਨਹੀਂ ਯਾਰ ਆਪਾਂ ਵੀ ਆਪਣੇ ਪਿੱਛੇ ਵੀ ਟੱਬਰ ਟੀ ਰਹੇਗਾ ਆ, ਬੰਦੇ ਬੀਬੀਆਂ ਖੜੇ ਆ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਬੜਕਾ ਮਾਰੀ ਜਾਓ। ਉਹ ਜੇ ਮੈਂ ਉੱਥੇ ਪੰਜਾਬੀ ਜਿਹੜੇ ਸ਼ੇਰਾਂ ਵਾਂਗ ਉੱਥੇ ਜੇ ਗਰਜਣਾ ਆ ਜਾਂ ਉੱਥੇ ਆਪਾਂ ਕੁਛ ਕੰਮ ਕਰਨਾ ਆ, ਬੇਬਾਕ ਤਰੀਕੇ ਨਾਲ ਗੱਲਾਂ ਕਰਨੀਆਂ ਆ, ਉਹ ਮੈਂ ਉਹਨਾਂ ਦੇ ਸਿਰ 'ਤੇ ਹੀ ਕਰ ਰਿਹਾ ਕਿਉਂਕਿ ਮੈਨੂੰ ਪਤਾ ਆ ਵੀ ਉਹ ਮੇਰਾ ਹੌਸਲਾ ਡਿੱਗਣ ਨਹੀਂ ਦਿੰਦੇ। ਹੋ ਸਕਦਾ ਤਾਂ ਹੋਰ ਵੀ ਕਹਿੰਦੇ ਆ ਕੋਈ ਗੱਲ ਨਹੀਂ, ਹੁਣ ਵੀ ਆ ਮੈਨੂੰ ਕਈਆਂ ਦੇ ਸੁਨੇਹੇ ਆ ਗਏ, ਸਭ ਠੀਕ ਆ, ਕੋਈ ਗੱਲ ਨਹੀਂ, ਤੁਸੀਂ ਜਿਹੜਾ ਆਪਣਾ ਕੰਮ ਕਰਨਾ ਨਾ ਹਟਿਓ, ਕੋਈ ਜਿਹੜੀ ਪਰੇਸ਼ਾਨੀ ਆਈ ਆ ਤਾਂ ਕੋਈ ਇੱਥੋਂ ਵੀ ਜਿਹੜੇ ਸੀਗੇ ਪੰਜਾਬੀ ਜਾਂ ਇੰਡੀਅਨ ਉਹ ਕਹਿੰਦੇ ਦੇਖੋ ਵੀ ਤੁਸੀਂ ਜੇ ਇੱਥੇ ਜੀ ਆਇਆਂ ਨੂੰ ਬਈ ਐਸੀ ਮਾਫੀ ਮੰਗਦੇ ਵੀ ਇੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਸੀਗਾ, ਪਰ ਕੋਈ ਗੱਲ ਨਹੀਂ, ਤੁਸੀਂ ਕੰਮ ਵਧੀਆ ਕਰਦੇ ਕਦੀਆ ਕਰੀ ਜਾਓ ਜੀ। ਰੀਸੈਂਟਲੀ ਜਦੋਂ ਖਾਲਸਾ ਏਡ ਤੇ NIA ਦੀ ਰੇਡ ਹੁੰਦੀ ਹੈ ਪੰਜਾਬ ਦੇ ਵਿੱਚ, ਤਾਂ ਅਮਰਪ੍ਰੀਤ ਸਿੰਘ ਹੋਰੀ ਜਿਹੜਾ ਇੱਥੇ ਦਾ ਸਾਰਾ ਦੇਖਦੇ ਨੇ ਤੇ ਜਾਂ ਰਵੀ ਸਿੰਘ ਹੋਰੀ ਵੀ, ਉਹਨਾਂ ਦਾ ਬਿਆਨ ਆਉਂਦਾ, ਕਹਿੰਦੇ ਵੀ ਤੁਸੀਂ ਸਾਨੂੰ ਤੇ ਕ੍ਰਿਮੀਨਲਸ ਨੂੰ ਇੱਕੋ ਤਕੜੀ ਦੇ ਵਿੱਚ ਤੋਲਿਆ, ਤੁਸੀਂ ਸਾਡੇ ਨਾਲ ਇੱਕੋ ਜਿਹਾ ਬਿਹੇਵ ਕਰਦੇ ਹੋ। ਇੱਕ ਨਿਰਾਸ਼ਾ ਜ਼ਰੂਰ ਹੁੰਦੀ ਹੈ। ਤਾਂ ਤੁਹਾਨੂੰ ਕਿਹੜੀ ਚੀਜ਼, ਕਿਉਂਕਿ ਤੁਸੀਂ ਵੀ ਟਰੋਲਸ ਦਾ ਸਾਹਮਣਾ ਕਰਦੇ ਹੋ, ਤੁਹਾਨੂੰ ਬਹੁਤ ਟਰੋਲ ਕੀਤਾ ਜਾਂਦਾ, ਤੁਹਾਨੂੰ ਕਿਹੜੀ ਚੀਜ਼ ਅਪਲਿਫਟ ਕਰਦੀ ਹੈ ਕਿ ਨਹੀਂ ਮੈਂ ਜਿੱਦਾਂ ਬੋਲਣਾ ਮੈਂ ਬੋਲਣਾ ਹੀ ਆ? ਉਹ ਦੇਖੋ ਮੈਂ ਤਾਂ ਇਹੀ ਕਹੂੰਗਾ ਵੀ ਜਿਹੜਾ ਕੋਈ ਚੰਗਾ ਕੰਮ ਕਰਦਾ ਆ, ਸਮਾਜ ਸੇਵੀ ਸੰਸਥਾਵਾਂ ਜਾਂ ਹੋ ਰਿਹਾ, ਉਹਨਾਂ ਨੂੰ ਆਪਾਂ ਉਤਸ਼ਾਹ ਦਈਏ।
ਜੇ ਕੁਛ ਗਲਤ ਕੰਮ ਕੋਈ ਕਰ ਰਿਹਾ ਆ, ਉਹ ਤੱਥਾਂ ਦੇ ਨਾਲ ਉਹਨਾਂ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ, ਹਰ ਇੱਕ ਨੂੰ ਇਨਸਾਫ ਮਿਲਣਾ ਚਾਹੀਦਾ ਆ। ਇਹ ਬਹੁਤ ਜ਼ਰੂਰੀ ਹੁੰਦਾ ਆ। ਅਤੇ ਜਿੱਥੇ ਤੱਕ ਤੁਸੀਂ ਉਤਸ਼ਾਹ ਦੀ ਗੱਲ ਕਹੀ ਆ, ਇਹ ਦੇਖੋ ਕੁਛ ਤੁਹਾਡੇ ਅੰਦਰ ਹੁੰਦਾ ਆ, ਇਹ ਪਰਮਾਤਮਾ ਵੱਲੋਂ ਵੀ ਦੇਣ ਹੁੰਦੀ ਆ ਕਿ ਜਦੋਂ ਤੁਹਾਡੀ ਜ਼ੁਬਾਨ 'ਤੇ ਜਿਹੜੇ ਲਫ਼ਜ਼ ਤੁਸੀਂ ਆਉਣਾ ਚਾਹੁੰਦੇ ਆ ਉਹ ਆ ਜਾਂਦੇ ਆ। ਕਈ ਵੀ ਤਕਰੀਰਾਂ ਬਹੁਤ ਲੋਕੀ ਉਸ ਨੂੰ ਕਬੂਲ ਕਰਦੇ ਆ ਕਿ ਬਹੁਤ ਵਧੀਆ ਗੱਲ ਆ। ਕੁਛ ਦਫਾ ਤੁਸੀਂ ਉਹ ਗੱਲਾਂ ਨਹੀਂ ਕਰ ਪਾਉਂਦੇ ਜੋ ਤੁਸੀਂ ਤੁਹਾਡੇ ਹਿਰਦੇ ਦੇ ਵਿੱਚ ਹੁੰਦੀਆਂ ਆ। ਪਰ ਜੋ ਲੋਕਾਂ ਵੱਲੋਂ ਜਦੋਂ ਥਾਪੀ ਮਾਰਦੇ, ਕੋਈ ਪਿਆਰ ਦੇ ਨਾਲ ਕੋਈ ਅਸ਼ੀਰਵਾਦ ਦਿੰਦਾ ਆ, ਕੋਈ ਸੈਲਫੀ ਸੁਲਫੀਆਂ ਖਿੱਚਦਾ ਆ, ਕੋਈ ਇੱਧਰ ਜਾਂਦਾ, ਸਲੋ ਜਾਂਦੇ, ਇੱਧਰ ਜਾਂਦੇ, ਉਹ ਕਹਿੰਦੇ ਆਹ ਫੋਟੋ ਖਿੱਚ। ਮੈਂ ਕਿਹਾ ਤੁਹਾਡਾ ਹੀ ਬੰਦਾ, ਜੇ ਤੁਹਾਡੇ ਨਾਲ ਨਹੀਂ ਫੋਟੋ ਖਿੱਚਣੀ ਤਾਂ ਹੋਰ ਮੈਂ ਕਿਹੜੇ ਭੜੂਏ ਨਾਲ ਖਿੱਚਣੇ, ਤੁਸੀਂ ਦੱਸੋ ਮੈਨੂੰ ਕੀ ਕਰਨਾ ਆ। ਉਹਦੇ ਨਾਲ ਵੀ ਤੁਹਾਨੂੰ ਹੋਰ ਬਲ ਮਿਲਦਾ ਆ। ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ, ਪਰ ਇਹ ਯਾਦਾਂ ਜੋ ਉਹ ਵੀ ਆਪਣੀਆਂ ਯਾਦਾਂ ਕੈਦ ਕਰ ਰਹੇ ਕੈਮਰੇ 'ਚ। ਕੋਈ ਅਸ਼ੀਰਵਾਦ ਜਾਂ ਕੋਈ ਕਹਿੰਦਾ ਪੁੱਤ ਵੀ ਬਹੁਤ ਵਧੀਆ, ਮੈਂ ਦੇਖਿਆ ਸੀਗਾ ਉੱਥੇ TV 'ਤੇ ਇੱਦਾਂ ਤੂੰ ਵਧੀਆ ਬੋਲਣਾ, ਬਸ ਕੰਮ ਕਰੀ ਜਾ, ਹੌਸਲਾ ਨਾ ਛੱਡੀ, ਬਸ ਕਰੀ ਜਾ, ਉਹ ਵਾ ਖਿੱਚੀ ਰੱਖ। ਉਹ ਵੀ ਉਹ ਚੀਜ਼ਾਂ ਤੋਂ ਤੁਹਾਨੂੰ ਵਾਕਈ ਹੀ ਬਲ ਮਿਲਦਾ ਆ। ਜੀ ਜਗਤਾਰ ਸਿੰਘ ਜੱਗੀ ਜੌਲ ਹੋਣਾ ਦੇ ਤੁਸੀਂ ਕੇਸ ਦੀ ਗੱਲ ਕੀਤੀ, ਤੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦਾ ਕੇਸ ਪੈਂਡਿੰਗ ਚੱਲ ਰਿਹਾ, ਲਮਕਦਾ ਆ ਰਿਹਾ ਕੇਸ। ਇੰਡੀਆ ਦੇ ਵਿੱਚੋਂ ਵੀ ਮੁਹਿੰਮ ਸਮੇਂ-ਸਮੇਂ 'ਤੇ ਉੱਠਦੀ ਰਹਿੰਦੀ ਹੈ। ਉਹਨਾਂ ਦਾ ਕੇਸ ਹੁਣ ਕਿੱਥੇ ਖੜਾ ਤੇ ਕਿੰਨੀ ਜੱਦੋਜਹਿਦ ਹੁਣ ਕਰਨੀ ਪੈ ਰਹੀ ਹੈ, ਤੇ ਸਰਕਾਰ ਕਿੰਨੀ ਸੁਹਿਰਦਤਾ ਦੇ ਨਾਲ ਉਹਨਾਂ ਦੇ ਕੇਸ ਨੂੰ ਲੈ ਰਹੀ ਹੈ? ਜੀ ਦੇਖੋ, ਇਹ ਮਸਲਾ ਕਈ ਦਫਾ ਪਾਰਲੀਮੈਂਟ ਦੇ ਵਿੱਚ ਉੱਠਿਆ ਆ, ਇਹਦੇ ਬਾਰੇ ਬਹਿਸ ਵੀ ਹੋਈ ਆ। ਅਲੱਗ-ਅਲੱਗ ਜਿਹੜੇ MPs ਨੇ ਉਹਨਾਂ ਨੇ ਵੀ ਆਪਣੀਆਂ ਤਕਰੀਰਾਂ ਉੱਤੇ ਦਰਜ ਕੀਤੀਆਂ ਨੇ। ਮੈਂ ਵੀ ਉਹਨਾਂ ਦੇ ਵਿੱਚ ਆਪਣੇ ਮੇਰੇ ਬਿਆਨ ਵੀ ਬਕਾਇਦਾ ਉੱਥੇ ਦਰਜ ਨੇ। ਕੋਈ ਵੀ ਦੇਖ ਸਕਦਾ ਉੱਥੇ ਪਾਰਲੀਮੈਂਟ ਦੇ ਵਿੱਚ ਸਾਡਾ ਇੱਦਾਂ ਆ, ਹੈਂਸਰਡ ਸਿਸਟਮ ਆ। ਇੱਕ ਲਫ਼ਜ਼ ਜੋ ਇੱਕ MP ਬੋਲਦਾ ਆ ਉਹ ਉੱਥੇ ਬਕਾਇਦਾ ਦਰਜ ਹੁੰਦਾ ਆ। ਕੋਈ ਵੀ ਇੱਥੇ ਇੰਡੀਆ ਬੈਠ ਕੇ ਟਿਕ 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 ਕਰੋ ਤਾਂ ਉੱਥੇ ਗੂਗਲ ਬਾਬਾ ਜੀ ਤੁਹਾਨੂੰ ਸਾਰਾ ਕੁਝ ਦੱਸ ਦੂਗੇ। ਉਹ ਵੀ ਮੈਂ ਉੱਥੇ ਅਲੱਗ-ਅਲੱਗ ਤਕਰੀਰਾਂ ਦੇ ਰਾਹੀਂ ਇਹ ਗੱਲ ਕੀਤੀ ਆ ਵੀ ਦੇਖੋ, ਜੋ ਡਿਊ ਪ੍ਰੋਸੈਸ, ਜਿਹੜਾ ਕਾਉਂਸਲਰ ਸਪੋਰਟ ਉਸ ਵਿਅਕਤੀ ਨੂੰ, ਉਹਦੇ ਪਰਿਵਾਰ ਨੂੰ ਮਿਲਣੀ ਚਾਹੀਦੀ ਆ। ਉਹ ਪਰਿਵਾਰ ਸਾਨੂੰ ਵੀ ਮਿਲਣਾ ਆਏ ਸੀਗੇ ਉੱਥੇ, ਜੌਲ ਪਰਿਵਾਰ, ਵੀ ਆਹ ਗੱਲ ਹੋਈ ਆ। ਅਤੇ ਇਹ ਦੇਖੋ, ਇਹ ਬਹੁਤ ਜ਼ਰੂਰੀ ਆ ਕਿ ਇੱਥੇ ਜੋ ਇਨਸਾਫ ਮਿਲਣਾ ਕਿਸੇ ਵੀ ਵਿਅਕਤੀ ਲਈ ਬਹੁਤ ਜ਼ਰੂਰੀ ਹੁੰਦਾ ਆ। ਸੋ ਇਹੀ ਅਸੀਂ ਪ੍ਰਸ਼ਾਸਨ ਨੂੰ ਉਦੋਂ ਵੀ ਜੋ ਬੇਨਤੀ ਕੀਤੀ ਸੀ, ਅਸੀਂ ਸਰਕਾਰੀ ਜਿਹੜੇ ਮੰਤਰੀ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਇੱਥੇ ਕਾਉਂਸਲਰ ਸਪੋਰਟ ਵੀ ਦੇ ਰਹੇ ਨੇ, ਅਤੇ ਉਹ ਇੱਥੇ ਉਹ ਮਸਲਾ ਉਹਨਾਂ ਨੇ ਬਕਾਇਦਾ ਪ੍ਰਧਾਨ ਮੰਤਰੀ ਨੇ ਇੱਥੇ ਦੇ ਪ੍ਰਧਾਨ ਮੰਤਰੀ ਨਾਲ ਵੀ ਇਹੋ ਜਿਹੇ ਮਸਲੇ ਉਹਨਾਂ ਨੇ ਉਠਾਏ ਨੇ, ਅਤੇ ਇੱਥੇ ਦੇ ਪ੍ਰਸ਼ਾਸਨ ਦੇ ਨਾਲ ਵੀ। ਸੋ ਇਹ ਜਿਹੜਾ ਸਾਡੇ ਲਈ ਜ਼ਰੂਰੀ ਹੁੰਦਾ ਕਿ ਆਪਾਂ ਹਰ ਇੱਕ ਦੀ ਆਵਾਜ਼ ਬਣੀਏ, ਪਰ ਹਰ ਇੱਕ ਨੂੰ ਇਨਸਾਫ ਵੀ ਦਵਾਈਏ, ਕਿਉਂਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਦੋਂ ਹੁੰਦੀ ਹੈ, ਇੱਕ ਵੀ ਵਿਅਕਤੀ ਦੀ ਹੁੰਦੀ ਆ, ਉਹ ਇੱਕ ਹੁੰਦੀ ਆਪਾਂ ਸਾਰਿਆਂ ਦੀ ਹੁੰਦੀ ਆ। ਤੁਸੀਂ ਦੱਸ ਰਹੇ ਸੀ ਕਿ ਪਹਿਲਾਂ ਤੁਸੀਂ ਕਾਫੀ ਲੰਬਾ ਸਮਾਂ ਕੰਸਟਰਕਸ਼ਨ ਵਾਲੇ ਫੀਲਡ 'ਚ ਰਹੇ ਹੋ, ਫਿਰ ਰਾਜਨੀਤੀ ਵਾਲੇ ਪਾਸੇ ਕਿਸ ਤਰੀਕੇ ਦੇ ਨਾਲ ਆਉਣਾ ਹੋਇਆ? ਇਹ ਦੇਖੋ, ਕਈ ਦਫਾ ਤੁਸੀਂ ਆਪਣਾ ਰਸਤਾ ਤੈਅ ਕਰਦੇ ਆ ਜੀ। ਕਹਿੰਦਾ ਮੈਂ ਡਾਕਟਰ ਬਣਨਾ ਆ, ਮੈਂ ਪਾਇਲਟ ਬਣਨਾ ਆ। ਕਈ ਵਿਅਕਤੀ ਉਹ ਸੁਪਨੇ ਆਪਣੇ ਸਾਕਾਰ ਕਰ ਪਾਉਂਦੇ ਨੇ। ਕਈ ਦਫਾ ਰਸਤਾ ਤੁਹਾਨੂੰ ਅਖਤਿਆਰ ਕਰਦਾ ਆ ਜੀ। ਉਹ ਕਿਸਮਤ ਦਾ, ਰੱਬ ਦੇ ਲੇਖੇ ਕੁਛ ਹੋਰ ਹੀ ਹੁੰਦੇ ਆ। ਉਹ ਲਿਖਤਾਂ ਤੁਸੀਂ ਮੱਲੋ ਮੱਲੀ ਉਸ ਰਸਤੇ ਵੱਲ ਨੂੰ ਆ ਜਾਂਦੇ ਆ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਦੇਖੋ, ਮੈਂ ਆਪਣੇ ਡਿਗਰੀਜ਼ ਤੋਂ ਬਾਅਦ, ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਮੇਰੀ ਇਹ ਸੀਗੀ ਵੀ ਮੈਂ ਆਪਣੇ ਮਾਂ-ਬਾਪ ਦੀ ਤਰ੍ਹਾਂ ਕਾਰੋਬਾਰ ਚਲਾਉਣਾ। ਸਾਡੇ ਮਾਤਾ ਪਿਤਾ ਇੱਥੋਂ ਜਦੋਂ ਪੰਜਾਬ ਤੋਂ ਜਦੋਂ ਉੱਧਰਲੀ ਰਵਾਨਾ ਹੋਏ, ਉੱਥੇ ਜਾ ਕੇ ਉਹਨਾਂ ਨੇ ਬੜੀ ਮਿਹਨਤ ਮਸ਼ੱਕਤ ਕੀਤੀ। ਉੱਥੇ ਆਪਣਾ ਘਰ ਖਰੀਦਿਆ, ਪਹਿਲਾਂ ਕਿਰਾਏ 'ਤੇ ਸੀਗੇ, ਘਰ ਖਰੀਦਿਆ, ਨਵੀਂ ਕਾਰ ਖਰੀਦੀ, ਸਾਨੂੰ ਪੜ੍ਹਾਇਆ ਲਿਖਾਇਆ, ਸਭ ਕੁਛ ਕੀਤਾ। ਸੋ ਉਹ ਜਿਹੜੀ ਪੀੜ੍ਹੀ ਸੀ, ਬੜੀ ਮਿਹਨਤ ਸਦਕਾ ਅਸੀਂ ਤਾਂ ਇਹ ਮੱਲਾਂ ਹੁਣ ਮਾਰ ਰਹੇ ਹਾਂ। ਜੇ ਉਹ ਨਾ ਉਹ ਮਿਹਨਤ ਕਰਦੇ, ਉਹ ਫੈਕਟਰੀਆਂ 'ਚ ਨਾ ਕੰਮ ਕਰਦੇ, ਹੌਲੀ ਹੌਲੀ ਫਿਰ ਉਹਨਾਂ ਨੇ ਆਪਣਾ ਕਾਰੋਬਾਰ ਸਥਾਪਿਤ ਕੀਤਾ। ਸਾਡੇ ਘਰ 'ਚ, ਸਾਡੇ ਗੈਰੇਜ 'ਚੋਂ ਹੀ ਚੱਲਦਾ ਸੀਗਾ ਜੀ। ਸਾਡੇ ਮਾਤਾ ਜੀ ਦਲਵਿੰਦਰ ਕੌਰ ਜੀ, ਉਹ ਪੇਪਰ ਵਰਕ ਸਾਰਾ ਕਰਦੇ ਹੁੰਦੇ ਸੀ। ਜੋ ਸਾਰਾ ਕਾਰਵਾਈ ਸੀਗੀ, ਪੜ੍ਹੇ ਲਿਖੇ ਹੋਣ ਦੇ ਨਾਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਸੀ। ਸਾਡੇ ਪਿਤਾ ਜੀ, ਉਹ ਵੀ ਉੱਥੇ ਜਿਹੜਾ ਬਾਹਰਲਾ ਜਿਹੜਾ ਸਾਈਟ ਦਾ ਕੰਮ ਆ ਉਹ ਦੇਖਣਾ, ਉੱਥੇ ਜੋ ਵੀ ਲਿਖਾ ਪੜ੍ਹੀ ਦਾ ਕੰਮ, ਜੋ ਵੀ ਸਾਰਾ ਉਹ ਸਾਰਾ ਉਹ ਦੇਖਦੇ ਸੀ। ਸੋ ਉਹ ਸਾਨੂੰ ਕੰਮ ਦੀ ਜਿਹੜੀ ਚੂੰਡ ਆ ਉਹ ਛੋਟੀ ਉਮਰ ਤੋਂ ਲੱਗ ਗਈ ਸੀਗੀ। ਤਾਂ ਉਹ ਕੰਸਟਰਕਸ਼ਨ ਦਾ ਮੈਂ ਜਦੋਂ ਦੇਖਿਆ, ਮੈਨੂੰ ਵੀ ਚੰਗਾ ਲੱਗਾ। ਸੋ ਤਦੀ ਉਹ ਕਾਰੋਬਾਰ ਜਿਹੜਾ ਮੈਂ ਉਹ ਸਥਾਪਿਤ ਤਾਂ ਹੀ ਕੀਤਾ ਕਿਉਂਕਿ ਮੈਂ ਵੀ ਉਸੇ ਕੰਮ 'ਚ ਪੈਣਾ ਚਾਹੁੰਦਾ ਸੀ। ਸੋ 20 ਸਾਲ ਕੰਮ ਕੀਤਾ, ਬੜੀ ਖੁਸ਼ੀ ਹੋਈ, ਬਹੁਤ ਚੰਗਾ ਲੱਗਦਾ ਸੀਗਾ। ਪਰ ਹੌਲੀ ਹੌਲੀ ਫਿਰ, ਕਿਉਂਕਿ ਮੈਂ ਲੇਬਰ ਪਾਰਟੀ ਦਾ ਮੈਂਬਰ ਵੀ ਸੀਗਾ ਜਦੋਂ ਯੂਨੀਵਰਸਿਟੀ ਤੋਂ ਬਾਅਦ ਪਰ ਮੈਂ ਉਹ ਸਿਰਫ ਪੈਸੇ ਦਿੰਦਾ ਸੀਗਾ ਕਿ ਮੈਨੂੰ ਲੇਬਰ ਪਾਰਟੀ ਦੀਆਂ ਕਦਰਾਂ ਕੀਮਤਾਂ ਚੰਗੀਆਂ ਲੱਗਦੀ ਸੀ। ਕਿੱਦਾਂ ਇਹ ਘੱਟ ਗਿਣਤੀਆਂ ਲਈ ਖੜ੍ਹੇ ਹੁੰਦੇ ਆ, ਕਿੱਦਾਂ ਇਹ ਨੈਲਸਨ ਮੰਡੇਲਾ ਲਈ ਜਾਂ ਹੋਰਨਾਂ ਲਈ ਖੜ੍ਹੇ ਹੋਏ ਸੀ, ਜਦੋਂ ਬਾਕੀ ਉਹਨਾਂ ਨੂੰ
ਦੁਰਵਿਵਹਾਰ ਉਹਨਾਂ ਦੇ ਨਾਲ ਕਰ ਰਹੇ ਸੀ ਜਿਸ ਤਰੀਕੇ ਨਾਲ, ਉਹਦੇ ਬਾਵਜੂਦ ਵੀ ਉਹ ਉਹਨਾਂ ਔਖੀਆਂ ਘੜੀਆਂ ਦੇ ਵਿੱਚ ਉਹਨਾਂ ਨਾਲ ਖੜੇ, ਸਾਡੇ ਨਾਲ ਖੜੇ। ਜਦੋਂ 84 ਦਾ ਹਮਲਾ ਹੋਇਆ ਉਦੋਂ ਵੀ ਲੇਬਰ ਪਾਰਟੀ ਦੇ ਐਮਪੀ ਐਨ ਡਟ ਕੇ ਉਹਨਾਂ ਨੇ ਖੜੇ ਹੋਏ ਵੀ ਇਹ ਸਿੱਖਾਂ ਦੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਇਹ ਜਿਹੜੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਵੀ ਜਿਸ ਤਰੀਕੇ ਨਾਲ ਉਹ ਸਾਰੇ ਸਮਾਜ ਦੇ ਲਈ ਗੱਲਾਂ ਕਰਦੇ ਆ ਵੀ ਅਸੀਂ ਵੀ ਚਾਹੇ ਕੋਈ ਅਮੀਰ ਆ ਚਾਹੇ ਗਰੀਬ ਆ, ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਆ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ। ਸੋ ਇਹ ਚੀਜ਼ਾਂ ਬਹੁਤ ਮੇਰੇ ਲਈ ਅਹਿਮੀਅਤ ਰੱਖਦੀਆਂ ਸੀ। ਪਰ ਮੈਂ ਸਿਰਫ ਪੈਸੇ ਦਿੰਦਾ ਹੁੰਦਾ ਸੀਗਾ ਵੀ ਉਹਨਾਂ ਨੂੰ ਵੀ ਸਾਲ ਦਾ ਜਿਹੜਾ ਸਾਡੇ ਉੱਤੇ ਸਬਸਕ੍ਰਿਪਸ਼ਨ ਜਿਹਨੂੰ ਕਹਿੰਦੇ ਆ ਵੀ ਤੁਸੀਂ ਸਾਲ ਦੀ ਫੀਸ ਦਿੰਦੇ ਆ, ਉਸ ਪਾਰਟੀ ਦਾ ਤੁਸੀਂ ਮੈਂਬਰ ਬਣਦੇ ਆ। ਕਈ ਸਾਲਾਂ ਇੱਦਾਂ ਸਿਲਸਿਲਾ ਜਾਰੀ ਰਿਹਾ। ਫਿਰ ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਵੀ ਇਹ ਤੁਸੀਂ ਖੜ੍ਹਦੇ ਕਿਉਂ ਨਹੀਂ ਇੱਥੇ, ਕਾਉਂਸਲਰ ਲਈ ਖੜ੍ਹੇ ਹੋ। ਇੱਥੇ ਆਪਾਂ ਚਾਹੁੰਦੇ ਹਾਂ ਵੀ ਨੌਜਵਾਨ ਉਹ ਵੀ ਅੱਗੇ ਆਉਣ, ਜਾਂ ਉਚੇਚੇ ਤੌਰ 'ਤੇ ਕੋਈ ਪੱਗ ਵਾਲਾ ਕੋਈ ਘੱਟ ਗਿਣਤੀ ਵਾਲਾ ਇੱਥੇ ਆਵੇ, ਉੱਥੇ ਵਧੀਆ ਲੱਗੂਗਾ, ਉੱਥੇ ਨਾਲੇ ਤੁਸੀਂ ਨੁਮਾਇੰਦਗੀ ਕਰੋਗੇ। ਪਹਿਲਾਂ ਤਾਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਮੈਂ ਕਿਹਾ ਵੀ ਇਹ ਦੇਖੋ ਇਹ ਸਾਡਾ ਕੰਮ ਨਹੀਂਗਾ, ਸਾਡਾ ਕੰਮ ਹੈਗਾ ਵੀ ਅਸੀਂ ਕੰਮ ਕਰੀਏ ਤਾਂ ਕੋਈ 4 ਪੈਸੇ ਬਣਾਈਏ, ਕੁਛ ਆਪਣਾ ਸਵਾਰੀਏ, ਕੁਛ ਪਰਿਵਾਰ ਦਾ ਦੇਖੀਏ। ਉਦੋਂ ਫਿਰ ਮੈਂ 2003 'ਚ ਤਾਂ ਨਾ ਕਰਤੀ, 2007 ਦੇ ਵਿੱਚ ਫਿਰ ਉਹਨੇ ਫੇਰ ਪਹੁੰਚ ਕੀਤੀ ਕਿਉਂਕਿ 4 ਸਾਲਾਂ ਬਾਅਦ ਜਿੱਦਾਂ ਇੱਥੇ ਕਾਰਪੋਰੇਸ਼ਨ ਦੀਆਂ ਚੋਣਾਂ ਹੁੰਦੀਆਂ ਉੱਥੇ ਵੀ ਇੱਦਾਂ ਹੀ ਹੁੰਦਾ। ਅਤੇ ਉਹ ਫਿਰ ਉਹ ਕਹਿੰਦੇ ਦੇਖੋ ਸਾਡੇ ਕੋਲ ਤਾਂ ਇੱਥੇ ਪੂਰੀ ਜਿਹੜੇ ਉਮੀਦਵਾਰਾਂ ਦੀ ਲਿਸਟ ਆ ਉਹੀ ਸੂਚੀ ਨਹੀਂ ਸਾਡੇ ਤੋਂ ਪੂਰੀ ਹੁੰਦੀ ਵੀ ਰੱਬ ਦਾ ਵਾਸਤਾ ਵੀ ਖੜਾ ਹੋ ਜਾ ਜਿੱਦਾਂ ਵੀ। ਫਿਰ ਮੈਂ ਆਪਣੇ ਪਤਨੀ ਮਨਵੀਨ ਦੇ ਨਾਲ, ਮਾਂ ਬਾਪ ਨਾਲ, ਹੋਰ ਸਾਰਿਆਂ ਨਾਲ ਸਲਾਹ ਮਸ਼ਵਰਾ ਕੀਤਾ। ਉਹ ਕਹਿੰਦੇ ਕੋਈ ਗੱਲ ਨਹੀਂ ਵੀ ਇਹ ਪਾਰਟ ਟਾਈਮ ਕੰਮ ਆ, MP ਚਲੋ ਹੁਣ ਜਿਹੜਾ MP ਇਹ ਫੁੱਲ ਟਾਈਮ ਕੰਮ ਆ, ਇਹ 'ਚ ਆਪਾਂ ਹੋਰ ਕੋਈ ਕੰਮ ਕਰਨਗਾ ਉਹ ਸਭ ਇਹ 'ਤੇ ਕੇਂਦਰਿਤ ਹੁੰਦੀ ਹੈ ਜਿਹੜੀ ਜਿਹੜਾ ਪੂਰਾ ਧਿਆਨ ਹੁੰਦਾ ਆ। ਪਰ ਉਹ ਕਾਉਂਸਲਰ ਬਣਨਾ ਤੁਸੀਂ ਉਹ ਆਪਣਾ ਕੰਮ ਕਰ ਵੀ ਕਰ ਸਕਦੇ ਆ ਤਾਂ ਪਾਰਟ ਟਾਈਮ ਇਹ ਵੀ ਕੰਮ ਕਰਦੇ ਆ। ਸੋ ਇਵੇਂ ਮੈਂ 2007 'ਚ ਖੜ੍ਹਾ ਹੋਇਆ ਪਹਿਲੀ ਦਫਾ ਕਾਉਂਸਲਰ। ਉਹ ਹੌਲੀ ਹੌਲੀ ਉਹ ਕੰਮ ਇੱਦਾਂ ਵਧਿਆ ਵੀ ਉਹ 'ਚੋਂ ਜੋ ਮੈਨੂੰ ਸੰਤੁਸ਼ਟੀ ਉਹ 'ਚੋਂ ਮਿਲਦੀ ਸੀਗੀ ਉਹ ਮੈਨੂੰ ਉਹ ਕੰਸਟਰਕਸ਼ਨ 'ਚੋਂ ਉਹ ਘਟਦੀ ਗਈ ਤਾਂ ਇੱਧਰੋਂ ਵੱਧਦੀ ਗਈ। ਅਤੇ ਉਸ ਦੇ ਨਾਲ ਨਾਲ ਅਲੱਗ-ਅਲੱਗ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਸੀ, ਸਕੂਲ ਦਾ ਮੈਂ ਗਵਰਨਰ ਬਣ ਗਿਆ। ਇੱਕ ਉੱਥੇ ਐਲਜ਼ਾਈਮਰਜ਼ ਜੋ ਮਾਨਸਿਕ ਤਣਾਅ ਜਾਂ ਹੋਰ ਕਈ ਇੱਦਾਂ ਦੀਆਂ ਸੰਸਥਾਵਾਂ ਦੇ ਨਾਲ ਮੈਨੂੰ ਜੁੜਨ ਦਾ ਮੌਕਾ ਮਿਲਿਆ। ਉਹ 'ਚੋਂ ਵੀ ਮੈਨੂੰ ਬਹੁਤ ਖੁਸ਼ੀ ਜੋ ਸੰਤੁਸ਼ਟੀ ਮਿਲੀ। ਅਤੇ ਹੌਲੀ ਹੌਲੀ ਫਿਰ 2017 'ਚ ਉੱਥੇ ਚੋਣ ਆ ਗਈ, ਜਿਹੜਾ ਪ੍ਰਧਾਨ ਮੰਤਰੀ ਨੇ ਸਰਕਾਰ ਭੰਗ ਕਰ ਦਿੱਤੀ ਜੋ ਕੰਜ਼ਰਵੇਟਿਵ ਸਰਕਾਰ ਦੀ ਉਦੋਂ ਸੀਗੀ। ਤਾਂ ਹਜੇ ਤੱਕ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਤੁਹਾਡੇ ਕਰਕੇ ਮੈਂ ਉਦੋਂ ਖੜ੍ਹਾ ਹੋਇਆ, ਮੈਂ ਆਪਣਾ ਨਾਮ ਦਿੱਤਾ ਉਹ ਸਲੋ ਸੀਟ ਦੇ ਲਈ। ਉੱਥੇ 100 ਤੋਂ ਵੱਧ ਵਿਅਕਤੀਆਂ ਨੇ ਆਪਣੇ ਉੱਥੇ ਐਪਲੀਕੇਸ਼ਨ ਭਰੇ। ਸਾਡੀ ਬਤੌਰ ਨੈਸ਼ਨਲ ਐਗਜ਼ੀਕਟਿਵ ਕਮੇਟੀ ਤੋਂ ਇੰਟਰਵਿਊਜ਼ ਵਗੈਰਾ ਸਾਰਾ ਕੁਛ ਉਸ ਸਿਲਸਿਲੇ 'ਚੋਂ ਮੈਨੂੰ ਉਮੀਦਵਾਰ ਚੁਣਿਆ ਗਿਆ। ਤਾਂ ਉਹ ਤੋਂ ਬਾਅਦ ਜਿੱਦਾਂ ਕਹਿੰਦੇ ਇਤਿਹਾਸ ਆਪਣੇ ਆਪ ਹੀ ਸੱਜ ਗਿਆ ਵੀ ਸਭ ਤੋਂ ਪਹਿਲਾਂ ਸਰਦਾਰ ਉੱਥੇ ਪਾਰਲੀਮੈਂਟ ਦੇ ਵਿੱਚ ਚੁਣ ਹੋ ਗਿਆ। ਸਲੋ ਨਗਰ ਵਾਸੀਓ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ਾਬਾਸ਼ ਹੈ ਤੁਹਾਡੇ। ਅਤੇ ਆਸ ਕਰਦਾ ਕਿ ਤੁਹਾਨੂੰ ਵੀ ਜਿਹੜੀ ਉਹ ਸੇਵਾ ਪਸੰਦ ਆਈ ਹੋਵੇਗੀ ਅਤੇ ਇਵੇਂ ਸਿਆਸਤ ਦੇ ਵਿੱਚ ਆਏ। ਜੀ ਸ਼ੁਕਰੀਆ ਬਹੁਤ ਬਹੁਤ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਤੁਹਾਡੀ ਤਮਾਮ ਟੀਮ ਦਾ। ਤੁਸੀਂ ਇੱਥੇ ਆਏ ਹੋ ਤਾਂ ਨਾਲੇ ਜਲੰਧਰ ਦੇ ਵਿੱਚ ਆਪਾਂ ਨੂੰ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਮੈਨੂੰ ਆਸ ਹੈ ਕਿ ਤੁਹਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਅੱਜ ਦੀ ਆਪਣੀ ਜਿਹੜੀ ਇਹ ਬੈਠਕ ਹੈ ਇਹ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ UK ਤੋਂ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਹੋਰੀ, ਜਿਨ੍ਹਾਂ ਨੇ ਦੱਸਿਆ ਕਿ ਕਿੰਨਾ ਕਾਰਨਾਂ ਦੇ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕਿਆ ਗਿਆ ਤੇ ਪੰਜਾਬ ਦੀ ਰਾਜਨੀਤੀ ਨੂੰ ਕਿਸ ਤਰੀਕੇ ਦੇ ਨਾਲ ਅੱਜ ਉਹ ਦੇਖ ਰਹੇ ਨੇ ਤੇ ਪੰਜਾਬ ਨੂੰ ਕਿੱਥੇ ਖੜਾ UK ਦੇ ਮੈਂਬਰ ਪਾਰਲੀਮੈਂਟ ਬਤੌਰ UK ਦੇ ਮੈਂਬਰ ਪਾਰਲੀਮੈਂਟ ਉਹ ਦੇਖ ਰਹੇ ਨੇ। ਕੈਮਰਾਮੈਨ ਅਸ਼ਵਨੀ ਦੇ ਨਾਲ ਮੈਂ ਹਰਸਿਮਰਨ ਕੌਰ, ਜਲੰਧਰ।